सत श्री अकाल। मैं तुहाडे नाल सुखविंदर सिंह, मेरे नाल सियासी माहर प्रोफैसर मनजीत सिंह मौजूद ने। गलबात करांगे कि किसानी अंदोलन दा सेक कह लो जां फिर बीजेपी दे विच अंदरूनी जिहड़ी खलबली मची हुई आ ਉਹਦੇ करके ਇਹ ਹੁਣ ਇੱਕ ਕਿਤਾਬ ਚ ਪਿੱਛੇ ਜੇ ਵੀ ਚਰਚਾ ਚੱਲੀ ਸੀ ਕਿ ਬੀਜੇਪੀ ਪੰਜਾਬ ਦੇ ਵਿੱਚ ਸਿੱਖ ਵੋਟ ਬੈਂਕ ਤੇ ਨਜ਼ਰ ਰੱਖ ਰਹੀ ਹੈ, ਜਿਹਦੇ ਕਰਕੇ ਜਿਹੜੀ ਸਿਆਸਤ ਦੇ ਵਿੱਚ ਇੱਕ ਵੱਡੀ ਤਬਦੀਲੀ ਜਾਂ ਸਿਆਸੀ ਜ਼ਮੀਨ ਜਿਹੜੀ ਆ ਉਹ ਉਹਦੇ ਨਾਲ ਪੱਕੀ ਹੋ ਜਾਂਦੀ ਹੈ ਕਿ ਅਸੀਂ ਇੱਥੇ ਸਰਕਾਰ ਬਣਾ ਲੈਣੀ ਹੈ, ਜਿਹੜੇ ਸੁਪਨੇ ਬੀਜੇਪੀ ਦੇਖਦੀ ਹੈ। ਹੁਣ ਇਹਨਾਂ ਨੇ ਇੱਕ ਕਿਤਾਬਚਾ ਜਾਰੀ ਕੀਤਾ, ਸਿੱਖਾਂ ਨਾਲ ਖਾਸ ਰਿਸ਼ਤਾ ਨਾਮ ਦਿੱਤਾ ਗਿਆ ਉਹਨੂੰ। ਉਹਦੇ ਉੱਤੇ ਮੋਦੀ ਸਾਹਿਬ ਦੀ ਫੋਟੋ ਲੱਗੀ ਹੈ, ਉਹਦੇ ਵਿੱਚ ਪ੍ਰਾਪਤੀਆਂ ਦੱਸੀਆਂ ਗਈਆਂ ਨੇ। ਇਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਵਾਰ ਸਵਾਲ ਉੱਠਦੇ ਨੇ ਕਿ ਬੀਜੇਪੀ ਪਹਿਲਾਂ ਤਾਂ ਦਲਿਤਾਂ ਦਾ ਪੱਤਾ ਜਿਵੇਂ ਜਾਤੀ ਸਮੀਕਰਨ ਜਿਹੜੇ ਨੇ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸਿੱਖ ਵੋਟ ਬੈਂਕ ਜਿਹੜਾ ਆ ਉਹ ਵੱਡਾ ਸਾਡੇ ਲਈ ਮੋੜ ਸਾਬਤ ਹੋ ਸਕਦਾ ਪੰਜਾਬ ਦੀ ਸਿਆਸਤ ਦੇ ਵਿੱਚ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਮੇਰੇ ਖਿਆਲ ਦੇ ਵਿੱਚ ਮੇਰੇ ਤਾਂ ਇਸ ਬਾਰੇ ਮੇਰੇ ਤੱਕ ਕੋਈ ਜਾਣਕਾਰੀ ਨਹੀਂ ਕਿ ਬੀਜੇਪੀ ਨੇ ਅੱਗੇ ਕਦੇ ਘੱਟ ਗਿਣਤੀਆਂ ਦੇ ਲਈ ਜਾਂ ਕਹਿ ਲਓ ਕਿ ਸਿੱਖਾਂ ਦੇ ਲਈ ਤਾਂ ਹੁਣ ਜੋ ਕੁਝ ਕੀਤਾ, ਜੋ ਕੁਝ ਉਹਨਾਂ ਨੇ ਕਿਤਾਬਚਾ ਛਾਪਣ ਦੀ ਲੋੜ ਪੈ ਗਈ, ਕਦੇ ਮੁਸਲਮਾਨ ਭਾਈਚਾਰੇ ਦੇ ਲਈ ਵੀ ਏਦਾਂ ਕੀਤਾ ਜਾਂ ਹੋਰ ਕਿਸੇ ਫਿਰਕੇ ਲਈ ਕੀਤਾ ਕਿ ਅਸੀਂ ਆਹ ਕੁਝ ਤੁਹਾਡੇ ਲਈ ਕੀਤਾ? ਨਹੀਂ, ਦੇਖੋ, ਇੱਕ ਤੇ ਹੈ ਕਿ ਕਸ਼ਮੀਰ ਇੱਕ ਮੁਸਲਿਮ ਮੈਜੋਰਿਟੀ ਸਟੇਟ ਹੈ, ਜਿਹੜੀ ਸਿਰਫ ਇੱਕੋ ਇੱਕ ਸਟੇਟ ਹੈ ਜਿੱਥੇ ਮੁਸਲਿਮ ਮੈਜੋਰਿਟੀ ਸਟੇਟ ਆ। ਉੱਥੇ ਇਹਨਾਂ ਨੂੰ ਲੋੜ ਇਹੋ ਜਿਹੇ ਕੰਮ ਦੀ ਪੈ ਸਕਦੀ ਸੀ, ਉੱਥੇ ਉਹਨਾਂ ਧੱਕੇ ਵਾਲਾ ਕੰਮ ਕੀਤਾ। ਉਹ ਲਗਾਤਾਰ ਜ਼ਹਿਰ ਉਗਲ ਰਹੇ ਸੀ ਪਿਛਲੇ 17 ਸਾਲਾਂ ਤੋਂ, ਤੇ ਉਹਦਾ ਕਿਤੇ ਨਾ ਕਿਤੇ ਪਟਾਕਾ ਪੈਣਾ ਸੀ। ਉਹ 2 ਸਾਲ ਪਹਿਲਾਂ ਪਟਾਕਾ ਪਿਆ, ਤੇ ਹੁਣ ਜੋ ਉੱਥੇ ਅੱਗ ਲੱਗੀ ਰਹਿੰਦੀ 24 ਘੰਟੇ, ਕਦੀ ਸਾਡੇ ਨੌਜਵਾਨ ਸ਼ਹੀਦ ਹੁੰਦੇ ਆ ਤੇ ਕਦੀ ਉੱਥੇ ਦੇ ਲੋਕਲ ਜਿਹੜੇ ਨੌਜਵਾਨ ਮੁੰਡੇ ਆ ਉਹ ਸ਼ਹੀਦ ਹੁੰਦੇ ਆ। ਇਸ ਲਈ ਇਹ ਆਪਸ ਵਿੱਚ ਟਕਰਾਅ ਦਾ ਫਲੈਸ਼ ਪੁਆਇੰਟ ਲਗਾਤਾਰ ਬਣ ਗਿਆ। ਦੂਜੀ ਘੱਟ ਗਿਣਤੀ ਜਿੱਥੇ ਹੈਗੀ ਆ ਉਹ ਮੈਜੋਰਿਟੀ ਹੈ। ਘੱਟ ਗਿਣਤੀ ਦੇਸ਼ ਦੀ ਜਿਹੜੀ ਮੈਜੋਰਿਟੀ ਵਿੱਚ ਆ ਉਹ ਪੰਜਾਬ ਹੈਗਾ। ਹੁਣ ਪੰਜਾਬ ਇੱਕ ਬੜਾ ਕਰੂਸ਼ੀਅਲ ਸਟੇਟ ਹੈ ਜਿੱਥੇ ਇੱਕ ਉਹਨਾਂ ਨੂੰ ਆਪਣੀ ਹੋਂਦ ਕਾਇਮ ਰੱਖਣਾ। ਪਹਿਲਾਂ ਉਹਨਾਂ ਨੇ ਅਕਾਲੀਆਂ ਦੇ ਕੁੱਛੜ ਚੜ੍ਹ ਕੇ ਪੰਜਾਬ 'ਚ ਰੱਖੀ, ਤੇ ਅਕਾਲੀਆਂ ਨੇ ਬੀਜੇਪੀ ਦੇ ਕੁੱਛੜ ਚੜ੍ਹ ਕੇ ਆਲ ਇੰਡੀਆ 'ਚ ਰੱਖੀ। ਇਸ ਕਿਸਮ ਦੀ ਇੱਕ ਦੂਜੇ ਦੇ ਕੁੱਛੜ ਚੜ੍ਹੇ ਰਹੇ ਤੇ ਆਪਣਾ ਕੰਮ ਜਿਹੜਾ ਤੋਰੀ ਫੁਲਕਾ ਚੱਲਦਾ ਰਿਹਾ। ਹੁਣ ਜਦੋਂ ਦੇਖਿਆ ਕਿ ਕੰਮ ਜ਼ਿਆਦਾ ਤਿੱਖਾ ਹੋ ਗਿਆ, ਕਿਸਾਨਾਂ ਨੇ ਅੱਡ ਮੂਲੀਆਂ ਅੱਡ ਪੱਤ ਕਰਤੇ ਤੇ ਇਹਨਾਂ ਨੂੰ ਕਹਿ ਦਿੱਤਾ ਕਿ ਫੈਸਲਾ ਕਰ ਲਓ ਵੀ ਤੁਸੀਂ ਕਿੱਧਰ ਜਾਣਾ। ਤੇ ਉਹਨਾਂ ਨੂੰ ਫੈਸਲਾ ਬੜਾ ਕੌੜਾ ਕੁੱਟ ਕਰਕੇ 9 ਮਾਸ ਦਾ ਰਿਸ਼ਤਾ ਤੋੜ ਕੇ ਤੇ ਅਕਾਲੀਆਂ ਨੂੰ ਬਾਹਰ ਆਉਣਾ ਪਿਆ। ਹੁਣ ਜਿਹੜੀ ਇਹਨਾਂ ਨੇ ਕੀਤੀ ਆ, ਇਹਨਾਂ ਨੂੰ ਇਹ ਲੱਗਦਾ ਕਿ ਅਕਾਲੀ ਜਿਹੜੇ ਉਹਨਾਂ ਨੂੰ ਲਗਾਤਾਰ ਇੱਕ ਕਿਸਮ ਦਾ ਕੂਚੀ ਦਾ ਕੰਮ ਕਰਦੇ ਸੀ, ਕਲੀ ਫੇਰਨ ਦਾ। ਸਾਰੀਆਂ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਉੱਤੇ ਉਹ ਆਪ ਹੀ ਲੈ ਕੇ ਕੂਚੀ, ਕਦੀ ਪ੍ਰਕਾਸ਼ ਸਿੰਘ ਬਾਦਲ, ਕਦੀ ਸੁਖਬੀਰ ਬਾਦਲ, ਪਾਰਟੀ ਵਾਲੇ ਹਰਸਿਮਰਤ ਕੌਰ ਬਾਦਲ, ਪੂਰਾ ਪਰਿਵਾਰ ਲੱਗਾ ਰਹਿੰਦਾ ਸੀ। ਉਸ ਕੂਚੀ ਦਾ ਰਿਜ਼ਲਟ ਇਹ ਸੀ ਕਿ ਬਹੁਤੇ ਆਈਸੋਲੇਟ ਮਹਿਸੂਸ ਨਹੀਂ ਸੀ ਕਰਦੇ। ਪਰ ਹੁਣ ਇਹਨਾਂ ਤੋਂ ਅਲੱਗ ਹੋਣ ਕਰਕੇ, ਔਰ ਦੂਜਾ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਰੋਸ ਔਰ ਇਹ ਐਲਾਨ ਕਿ ਅਸੀਂ ਬਾਹਰ ਨਹੀਂ ਨਿਕਲ ਦਿਆਂਗੇ, ਜੋ ਉਹਨਾਂ ਦਾ ਨੱਕ 'ਚ ਦਮ ਬੀਜੇਪੀ ਦਾ ਅੱਜ ਦੀ ਤਰੀਕ 'ਚ ਹੋਇਆ, ਮੈਨੂੰ ਲੱਗਦਾ ਕਦੇ ਵੀ ਨਹੀਂ ਸੀ ਹੋਇਆ। ਹਾਲਾਂਕਿ ਪਿਛਲੀ ਵਾਰੀ ਸੁਣਨ 'ਚ ਆਇਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਜੀ ਚੱਲੀ ਪਿਛਲੀਆਂ 2017 ਦੀਆਂ ਚੋਣਾਂ 'ਚ, ਤੇ ਇਹ ਵੀ ਪਤਾ ਲੱਗਾ ਕਿ ਜਿਹੜਾ ਕੁੱਲੀ ਜੁੱਲੀ ਜਿਹੜੀ ਆ ਥੋੜ੍ਹੀ ਜਿਹੀ ਉੱਡਦੀ ਨਜ਼ਰ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਤੇ ਬਹੁਤੇ ਜਿਹੜੇ ਹਿੰਦੂਆਂ ਦੇ ਵਿੱਚ ਅਨਿਆਈ ਸੀਗੇ ਜਿਨ੍ਹਾਂ ਦਾ ਝੁਕਾਅ ਬੀਜੇਪੀ ਵੱਲ ਸੀ, ਉਹ ਕਾਂਗਰਸ ਨੂੰ ਵੋਟ ਪਾ ਗਏ, ਇਹ ਸੋਚ ਕੇ ਕਿ ਉਹਨਾਂ ਦੀ ਸਰਕਾਰ ਤੇ ਬਣਨੀ ਨਹੀਂ, ਤੇ ਜੇ ਆਪ ਦੀ ਬਣੀ ਤੇ ਸ਼ਾਇਦ ਹੋਰ ਵੀ ਉਹਨਾਂ ਨੂੰ ਕੋਈ ਸਾਹਮਣਾ ਕਰਨਾ ਪਏ। ਤੇ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਕਾਂਗਰਸ ਜਿਹੜੀ ਆ ਉਹ ਖਾਸ ਕਰਕੇ ਕੈਪਟਨ ਦੀ ਕਾਂਗਰਸ, ਮਤਲਬ ਦਿੱਲੀ ਵਾਲੀ ਕਾਂਗਰਸ ਨਹੀਂ, ਜਿਹੜੀ ਕੈਪਟਨ ਵਾਲੀ ਕਾਂਗਰਸ ਆ, ਉਹ ਇਹਨਾਂ ਨੂੰ ਜ਼ਿਆਦਾ ਸੂਟ ਕਰੂਗੀ। ਦਿੱਲੀੋਂ ਕੋਈ ਇੰਸਟਰਕਸ਼ਨ ਆ ਗਈ ਹੋਣੀ ਆ, ਇੰਜ ਕੰਮ ਚਲਾ ਲਿਆ। ਹੁਣ ਜਿਹੜੀਆਂ 22 ਦੀਆਂ ਚੋਣਾਂ ਉਹ ਔਖਾ ਕੰਮ ਹੈ, ਉਹਦੇ 'ਚ ਬਿਲਕੁਲ ਕਲਮ ਕੱਲੇ ਪਏ ਹੋਏ ਆ। ਅਕਾਲੀ ਦਲ ਦਾ ਤੇ ਫਿਰ ਵੀ ਆਧਾਰ ਆ, ਅੱਗੇ ਨਾਲੋਂ ਤੇ ਵੋਟਾਂ ਵਧਣਗੀਆਂ ਜੋ ਮਰਜ਼ੀ ਹੋ ਜਾਏ। ਪਿਛਲੀ ਵਾਰ ਨਾਲੋਂ ਤੇ ਵੋਟਾਂ ਵਧਣਗੀਆਂ, ਪਿਛਲੀ ਵਾਰ ਤੇ ਬਿਲਕੁਲ ਲੋ ਐਬ ਤੇ ਸੀ। ਇਹਨਾਂ ਨੂੰ ਕੁਛ ਦਿਖਦਾ ਨਹੀਂ ਕਿਤੇ। ਇਹਨਾਂ ਦੀ ਜਿਹੜੀ ਪੋਲਿਟਿਕਸ ਹੈ ਉਹ ਵਿਕਾਸ ਦੀ ਪੋਲਿਟਿਕਸ ਤੇ ਹੈ ਨਹੀਂ, ਪੋਲਿਟਿਕਸ ਹੈ ਜਾਤੀ ਤੇ ਧਰਮ ਦੀ। ਉਹ ਇਹਨਾਂ ਦਾ ਫੇਵਰਟ, ਮਤਲਬ ਉਹ ਗਰਾਊਂਡ, ਉਹਨਾਂ ਲਈ ਇਹਨਾਂ ਨੂੰ ਮੈਂਟਲੀ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਜਾਂਦਾ ਕਿ ਸਮਾਜ ਨੂੰ ਕਮਜ਼ੋਰ ਕਰਨਾ, ਲੋਕਾਂ 'ਚ ਲੜਾਈਆਂ ਕਰਾਉਣੀਆਂ,
ਧਰਮ ਦੇ ਨਾਂ ਤੇ ਫਿਰਕਾ ਪ੍ਰਸਤੀ ਫੈਲਾਉਣੀ ਆ ਔਰ ਉਸੇ ਨਫ਼ਰਤ ਵਿੱਚੋਂ ਆਪਣੀ ਗੱਡੀ ਭਜਾ ਕੇ ਲਿਜਾਣੀ ਹੈ, ਰਾਜਨੀਤਿਕ ਗੱਡੀ। ਤੇ ਧਰਮਾਂ ਦਾ ਵੀ ਉਸੇ ਧਰਮਾਂ ਦੇ ਨਾਲ ਜਾਤਾਂ ਦਾ ਵੀ ਹੈ ਕਰਨਾ। ਆਉਂਦਿਆਂ ਹੀ ਕਹਿ ਦਿੱਤਾ ਕਿ ਅਸੀਂ ਤੁਹਾਡਾ ਚੀਫ ਮਿਨਿਸਟਰ ਬਣਾਵਾਂਗੇ। ਉਹ ਨਹੀਂ ਗੱਲ ਚੱਲੀ, ਨਹੀਂ ਨੇਰੀ ਚੱਲੀ। ਉਹਨਾਂ ਨੂੰ ਆਪਣੇ ਚੀਫ ਮਿਨਿਸਟਰ ਦਾ ਦਲਿਤਾਂ 'ਚ ਚਿਹਰਾ ਹੀ ਨਹੀਂ ਲੱਭਿਆ ਅਜੇ ਤੱਕ। ਦੱਸੋ ਤਾਂ ਕਿਹੜਾ ਹੈ? ਫਿਰ ਹੁਣ ਉਹ ਸਿੱਖ ਚਿਹਰਾ ਲੱਭਣਗੇ। ਕਿਤਾਬਚਾ ਕੱਢਤਾ ਜਿਹੜੀ ਤੁਸੀਂ ਗੱਲ ਛੇੜੀ ਹੈ, ਕਿਤਾਬਚੇ ਨਾਲ ਸਿੱਖ ਚਿਹਰਾ ਨਹੀਂ ਲੱਭਦਾ। ਲੱਭ ਜੂਗਾ ਤੇ ਉਹ ਕਾਰਗਰ ਨਹੀਂ ਹੋਊਗਾ। ਉਹ ਤੇ ਵੇਖਣ ਨੂੰ ਸਿੱਖ ਹੋਊਗਾ, ਅੰਦਰੋਂ ਹਿੰਦੂ ਹੋਊਗਾ। ਸਾਡੇ ਜਿਹੜੇ ਗਰੇਵਾਲ ਹੁਣੀ ਭਾਸ਼ਾ ਬੋਲਦੇ ਹੈਗੇ ਆ, ਮਾਫ ਕਰਨਾ, ਜਾਣੀ ਮੈਂ ਉਹਨਾਂ ਦੀ ਵੈਸੇ ਤੇ ਇੱਜ਼ਤ ਕਰਦਾ ਆ, ਕਿਉਂਕਿ ਦੇਖੋ ਐਉਂ ਕੋਈ ਵਿਰੋਧੀ ਪਾਰਟੀ 'ਚ ਹੋਣਾ ਮਤਲਬ ਨਹੀਂ ਹੈ ਕਿ ਤੁਸੀਂ ਗਾਲਾਂ ਕੱਢੀ ਚੱਲੋ, ਪਰ ਉਹਨਾਂ ਦਾ ਕੰਮ ਜਾਂ ਜਿਹੜੀ ਉਹਨਾਂ ਦੀ ਬੋਲ ਬਾਣੀ ਹੈਗੀ ਆ ਉਹ ਬਿਲਕੁਲ ਨਾ ਪੰਜਾਬੀਆਂ ਵਾਲੀ ਨਾ ਸਿੱਖਾਂ ਵਾਲੀ ਹੈ, ਨਾ ਗੁਰੂ ਨਾਨਕ ਦੇਵ ਜੀ ਦੇ ਪਾਏ ਹੋਏ ਮਾਰਗ ਤੇ ਚੱਲਣ ਵਾਲੀ ਹੈ। ਉਹ ਤੇ RSS ਦੀ ਬੋਲੀ ਹੈ ਜਿਹੜੀ ਘੱਟ ਗਿਣਤੀਆਂ ਤੇ ਹਮੇਸ਼ਾ ਹਮਲਾ ਕਰਦੇ ਆ ਔਰ ਜਾਤੀਗਤ ਜਿਹੜੀ ਆ ਉਹ ਰਾਜਨੀਤੀ ਕਰਦੇ ਆ। ਉਹੋ ਹੀ ਉਹ ਬਿਲਕੁਲ ਬਾਤ 3 ਕਾਨੂੰਨਾਂ ਦਾ, ਇਹ ਤੇ ਜੀ ਠੀਕ ਹੈ ਜੀ, ਇਹ ਤੇ ਜੀ ਠੀਕ ਹੈ। ਉਹ ਜਾਣੀ ਹੱਦ ਹੀ ਹੋ ਗਈ। ਇੰਨਾ ਕੁਛ ਕਲੇਸ਼ ਤੇ ਕਲੈਸ਼ ਦੋਵੇਂ ਹੀ ਆਪਸ ਵਿੱਚ ਕਿੰਨੀ ਹੁੰਦੀ, ਮਾਰਾ ਪਟਾਈ ਸਾਰਾ ਕੁਝ ਹੋਇਆ, ਪਰ ਉਹ ਹਟੇ ਨਹੀਂ ਵੀ ਇੰਨੇ ਪੱਕੇ ਆ। ਗਿਆਨੀ ਘੱਟ ਬੋਲਦਾ ਤੇ ਗਰੇਵਾਲ ਜੀ ਜ਼ਿਆਦਾ ਜਿਹੜਾ ਬੋਲਦੇ ਆ। ਇਸ ਲਈ ਚਿਹਰਾ ਲੱਭ ਜਾਣਾ ਕੋਈ ਕਾਫੀ ਨਹੀਂ ਹੁੰਦਾ। ਚਿਹਰੇ ਦੇ ਵਿੱਚ ਆਤਮਾ ਵੀ ਹੋਵੇ ਜਿਹੜੀ ਨਾਲ ਸਿੱਖੀ ਦੀ ਹੋਵੇ। ਜੇ ਉਹ ਅਸਲ ਮਾਨੇ 'ਚ ਸਿੱਖੀ ਦੀ ਆਤਮਾ ਅੰਦਰੋਂ ਹੈਗੀ ਹੈ ਤਾਂ ਫਿਰ ਉਹ RSS ਦੇ ਕੰਮ ਦਾ ਨਹੀਂ, ਬਿਲਕੁਲ ਹੀ ਕੰਮ ਦਾ ਨਹੀਂ। ਫਿਰ ਇਹਨਾਂ ਲਈ ਹੁਣ ਪੰਗਾ ਹੀ ਆ ਇਹ। ਮੈਨੂੰ ਤੇ ਓਵਰਆਲ ਬੜਾ ਕੇ ਲੱਗਦਾ, ਮੈਂ ਵੀ ਉਹ ਅਖਬਾਰਾਂ ਦੇ ਵਿੱਚ ਪੜ੍ਹ ਲਿਆ ਸੁਖਵਿੰਦਰ, 19 ਕਹਿੰਦੇ ਆ ਮੈਂ ਫੇਵਰ ਕੀਤੀਆਂ, 19 ਕਿਸਮ ਦੀਆਂ ਗਣਾਈਆਂ। 61 ਪੇਜਾਂ ਦਾ ਉਹ ਕਿਤਾਬਚੀ ਜੀ ਕੱਢੀ ਆ ਇਹਨਾਂ ਨੇ, ਹਰ ਘਰ 'ਚ ਪਹੁੰਚਾਉਣੀ ਆ। ਪੈਸੇ ਬਥੇਰੇ ਹੈਗੇ 2 ਨੰਬਰੀ ਉਹਦੇ ਚੋਂ ਹੀ। ਮੈਂ ਤੇ ਇਹ ਕਹਿੰਦਾ ਕਿ ਜਿਹੜੇ ਕਾਰਪੋਰੇਟਾਂ ਤੋਂ ਵੀ ਪੈਸੇ ਲੈਂਦੇ ਆ ਇਹ ਸੁਖਵਿੰਦਰ ਜੀ, ਉਹ ਵੀ ਮੈਂ 2 ਨੰਬਰੀ ਇਸ ਕਰਕੇ ਕਹਿਣਾ ਆ ਕਿਉਂਕਿ ਉਹਨਾਂ ਨੂੰ ਬੈਂਕਾਂ ਦੇ ਰਾਹੀਂ ਆਪਣਾ ਦੇ ਦੇਣਾ, ਲੋਨ ਦੇ ਦੇਣਾ, ਬਾਅਦ 'ਚ ਮਾਫ ਕਰ ਦੇਣਾ। ਉਧਰੋਂ ਆਪਣੇ ਚੁੱਪ ਕਰਕੇ ਉਹ ਜਿਹੜੇ ਹੁਣ ਇਹਨਾਂ ਨੇ ਕੈਸ਼ ਚੁੱਪ ਕਰਕੇ ਜਮਾ ਕੀ ਕਹਿੰਦੇ ਇਹਨਾਂ ਨੇ ਰੱਖਿਆ ਹੋਇਆ ਬੈਂਕ 'ਚ ਗੁਪਤ ਦਾਨ ਕਰ ਦੇਣਾ, ਜਾਨੀ ਪੰਜਾਬੀ 'ਚ ਉਹਨੂੰ ਇੰਝ ਸਮਝ ਲਓ। ਤੇ ਉਹ ਗੁਪਤ ਦਾਨ ਪਤਾ ਨਹੀਂ ਲੱਗਦਾ ਕਿਹਨੇ ਕਰਾਇਆ, ਪਾਰਟੀ ਨੂੰ ਪਹੁੰਚ ਜਾਂਦਾ। ਇਸ ਲਈ ਇਹ ਜਿਹੜਾ ਕੰਮ ਆ ਤੇ ਉਹ ਵੀ ਇੱਕ 2 ਨੰਬਰੀ ਪੈਸਾ ਹੀ ਆ। ਕੋਈ ਬਹੁਤਾ ਚੰਗਾ ਕਮਾਇਆ ਪਾਰਟੀ ਦੀ ਫੇਵਰ ਵਾਲਾ ਪੈਸਾ ਮੈਂ ਉਹਨੂੰ ਨਹੀਂ ਮੰਨਦਾ। ਸਰਕਾਰੀ ਪੈਸੇ ਨੂੰ ਹੀ ਇਉਂ ਘੁਮਾ ਕੇ ਗੋਲ ਕਰ ਲਿਆ ਜਾਂਦਾ, ਜਾਨੀ ਸਾਫ਼ ਕਰ ਲਿਆ ਜਾਂਦਾ। ਹੁਣ ਉਹਨਾਂ ਦੇ ਪੈਸਿਆਂ 'ਚੋਂ ਇਹੋ ਜਿਹੇ ਕਿਤਾਬਚੇ ਘਰ 'ਚ ਪਹੁੰਚਾਉਣਗੇ ਤੇ ਉਹਦਾ ਕਿੰਨਾ ਕੁ ਅਸਰ ਹੋਊਗਾ। ਸਭ ਤੋਂ ਇਹਨਾਂ ਨੇ ਗਲਤੀ ਵੱਡੀ ਇਹ ਕਰ ਲਈ, ਬਹੁਤ ਵੱਡੀ ਗਲਤੀ ਕਰ ਲਈ ਕਿਤਾਬਚੇ ਦੇ। ਮੈਨੂੰ ਉਹ ਕਿਤਾਬਚਾ ਤੇ ਨਹੀਂ ਦੇਖਿਆ, ਤੁਹਾਡੇ ਕੋਲ ਸ਼ਾਇਦ ਪਹੁੰਚ ਗਿਆ ਹੋਵੇ, ਮੈਂ ਨਹੀਂ ਦੇਖਿਆ। ਮੈਂ ਤੇ ਉਹਦੇ ਬਾਰੇ ਹੀ ਪੜ੍ਹਿਆ ਜਿਹੜੀ ਬਾਹਰਲੇ ਪਾਸੇ ਮੋਦੀ ਦੀ ਫੋਟੋ ਲਾਤੀ, ਕਿਸੇ ਵੀ ਹੋਰ ਲਾਉਣ ਦੇ, ਭਾਵੇਂ ਉਹ ਜਿਹੜਾ ਡੈਮੋਕ੍ਰੇਟਿਕਸ ਦਾ ਆਪਣਾ ਚੋਣ ਨਿਸ਼ਾਨ ਆ ਗਧਾ, ਉਹੋ ਹੀ ਲਾ ਦਿੰਦੇ। ਚਲੋ ਘੱਟੋ ਘੱਟ ਅਸੀਂ ਡੈਮੋਕ੍ਰੇਟਿਕ ਹੈਗੇ ਆ, ਮਤਲਬ ਮਾਈਂਡ ਦੇ ਹੈਗੇ। ਇਹੋ ਜਿਹਾ ਕੋਈ ਮੈਸੇਜ ਚਲੇ ਜਾਂਦਾ, ਥੱਲੇ ਲਿਖ ਦਿੰਦੇ ਕਿ ਅਸੀਂ ਕਿੱਥੋਂ ਲਿਆਏ। ਪਰ ਤੁਸੀਂ ਪ੍ਰਧਾਨ ਮੰਤਰੀ ਦਾ ਜਿਹੜਾ ਲਾ ਕੇ ਜੇ ਵੇਚੋਗੇ ਨਰਿੰਦਰ ਮੋਦੀ ਦਾ ਇਹਨਾਂ ਦਿਨਾਂ 'ਚ, ਉੱਥੇ ਜਾ ਕੇ ਦੇਖੋ ਤਾਂ ਸਿੰਘੂ ਬਾਰਡਰ, ਗਾਜੀਪੁਰ ਤੇ ਟਿਕਰੀ ਬਾਰਡਰ ਦੇ ਉੱਤੇ ਵਿੱਚੇ ਅਡਾਨੀ, ਵਿੱਚੇ ਪ੍ਰਧਾਨ ਮੰਤਰੀ, ਵਿੱਚੇ ਹੀ ਨਰਿੰਦਰ ਮੋਦੀ ਲਿਖਦੇ, ਪ੍ਰਧਾਨ ਮੰਤਰੀ ਨਹੀਂ ਲਿਖਦੇ, ਨਰਿੰਦਰ ਮੋਦੀ, ਵਿੱਚੇ ਅਮਿਤ ਸ਼ਾਹ। ਕੀ ਹਾਲਤ ਬੁਰੀ ਕੀਤੀ ਹੋਈ ਆ ਕਿਸਾਨਾਂ ਨੇ ਦੁਖੀ ਹੋ ਕੇ। ਹੁਣ ਉਹ ਇਹਨਾਂ ਦੇ ਘਰ ਵੇਚਣਗੇ, ਉਹ ਤੇ ਚੁੱਲ੍ਹੇ 'ਚ ਵੀ ਨਹੀਂ ਪਾਉਣਗੇ। ਫੋਟੋ ਵਾਲੀ ਜਿਹੜੀ ਕਿਤਾਬਚੀ ਇਹ ਵੰਡਣਗੇ, ਉਹ ਚੁੱਲ੍ਹੇ 'ਚ ਵੀ ਨਹੀਂ ਪਾਉਣਗੇ। ਉਹਨਾਂ ਨੂੰ ਲੱਗੂਗਾ ਕਿ ਰੋਟੀ ਦੇ ਰਾਹੀਂ ਕਿਤੇ ਅਸਰ ਨਾ ਸਾਡੇ 'ਚ ਚਲੇ ਜੇ ਮੋਦੀ ਦਾ। ਇੰਨੇ ਲੋਕ ਦੁਖੀ ਹੈਗੇ ਆ। ਇਹ ਤੇ ਕਿਤੇ ਹੋਰ ਕਿਸੇ ਕਿਸਮ ਦੇ ਨਾਲ ਕਿਸੇ ਸੰਤ ਸਾਧ ਦੇ ਨਾਂ ਦੇ ਉੱਤੇ ਆਪਣਾ ਪਾ ਕੇ ਕੁਝ ਹੋਰ ਕਰਕੇ ਕਰਦੇ। ਮੋਦੀ ਜੀ ਨੂੰ ਲੱਗਾ ਕਿ ਮੇਰੀ ਸ਼ਾਇਦ ਮਸ਼ਹੂਰੀ ਹੋਊਗੀ। ਉਹ ਕਿਸੇ ਨੇ ਨਹੀਂ ਪੜ੍ਹਨਾ, ਕਿਸੇ ਨੇ ਨਹੀਂ ਪੜ੍ਹਨਾ। ਕਿਉਂ? ਲੋਕਾਂ ਨੇ ਜੋ ਉਹਦੇ ਬਾਰੇ ਪੜ੍ਹਨਾ ਸੀ, ਜਾਣਨਾ ਸੀ, ਉਹ ਬਹੁਤ ਕੁਝ ਜਾਣ ਚੁੱਕੇ। ਉਹ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਮੋਦੀ ਜੀ ਨੂੰ ਕਿ ਲੋਕ ਤੁਹਾਡੇ ਬਾਰੇ ਕਿੰਨਾ ਜਾਣਦੇ ਆ। ਇਸ ਲਈ ਉਹਨਾਂ ਦਾ ਤੇ ਘੜਾ ਜਿਹੜਾ ਨਾ ਨੱਕੋ ਨੱਕ ਭਰਿਆ। ਕਿਹਾ ਕੀ ਹੈ, ਮੈਂ ਬਹੁਤੀ ਲੰਬੀ ਕਹਾਣੀ ਪਾ ਗਿਆ ਥੋੜੀ ਜੀ, ਕਿਉਂਕਿ ਤੁਸੀਂ ਕੰਮ ਹੀ ਇਹੋ ਜਿਹਾ ਮੁੱਦਾ ਲੈ ਆਉਨੇ ਜਿੱਤੇ ਬੋਲਣਾ ਪੈਂਦਾ। ਲਓ ਜੀ, FCRA ਮੈਂ ਦੇਤਾ ਜੀ, ਫੋਰਨ ਕਰੰਸੀ ਜਿਹੜੀ ਆ ਰੈਗੂਲੇਸ਼ਨ ਐਕਟ ਦੇ ਤਹਿਤ ਉਹ ਤੁਹਾਡੀ ਰਜਿਸਟ੍ਰੇਸ਼ਨ ਕਰਤੀ ਆ ਲੰਗਰ ਦੀ, ਗੁਰਦੁਆਰਾ ਸਾਹਿਬ ਦੀ, ਗੋਲਡਨ ਟੈਂਪਲ ਦੀ, ਇਸ ਕਿਸਮ ਦੀ ਕਰਤੀ, ਜਾਂ SGPC ਦੀ ਮੇਰਾ ਖਿਆਲ ਕੀਤੀ ਹੋਊਗੀ।
ਫਿਰ ਇਹ ਕੋਈ ਕੰਮ ਜਿਹੜੀ ਇੱਕ ਸੇਵਾ ਸੁਸਾਇਟੀ ਹੈਗੀ ਕਰ ਦਿੱਤੀ ਤੇ ਕੋਈ ਬਹੁਤ ਵੱਡਾ ਕੰਮ ਕੀਤਾ। ਸਿੱਖੀ ਦੀ ਸੇਵਾ ਕੀਤੀ ਤਾਂ ਕਿੰਨੀਆਂ ਸੁਸਾਇਟੀਆਂ ਦੀ ਕੀਤੀ ਹੈ, ਕਰਨੀ ਪੈਂਦੀ ਹੈ, ਕਰਨੀ ਚਾਹੀਦੀ ਵੀ ਹੈ। ਕੋਈ ਗਲਤ ਕੰਮ ਕਰ ਰਹੇ ਆ, ਤੁਹਾਨੂੰ ਲੰਗਰ ਨਹੀਂ ਛਕਾਉਂਦੇ ਸਾਰਿਆਂ ਨੂੰ ਉਹ SGPC ਵਾਲੇ, ਫਿਰ ਕਹਿੰਦੇ ਜੀ ਅਸੀਂ ਲੰਗਰ ਤੋਂ GST ਹਟਾਤੀ। ਸ਼ਰਮ ਕਰੋ, ਤੁਸੀਂ ਲਾਈ ਕਿਉਂ ਸੀ? ਤੁਸੀਂ ਹਟਾਈ ਇਹ ਤੇ ਇੰਜ ਆ ਕਿ ਪੈਟਰੋਲ ਦੀ ਕੀਮਤ 10 ਰੁਪਏ ਵਧਾ ਦਿਓ, ਮਗਰੋਂ 5 ਰੁਪਏ ਘਟਾ ਦਿਓ ਤੇ 5 ਵਧੀ ਰਹਿਣ ਦਿਓ, ਤੇ ਮਗਰੋਂ ਕਹਿ ਦਿਓ ਮੈਂ ਤੇ ਬਹੁਤ ਰਾਹਤ ਦੇਤੀ ਜੀ। ਬਿਲਕੁਲ। ਤੁਸੀਂ ਲਾਈ ਕਿਉਂ? ਉਹਦੀ ਮਾਫੀ ਮੰਗੋ। ਤੁਸੀਂ ਇਸ ਨੂੰ ਆਪਣੀ ਅਚੀਵਮੈਂਟ ਨਾ ਮੰਨੋ ਕਿ GST ਹਟਾਤੀ। ਲੋਕਾਂ ਦੇ ਛਿੱਕਣ ਤੇ ਵੀ ਤੁਸੀਂ ਤੇ GST ਲਾ ਦੋਗੇ ਹੈ। ਇਹ ਬਹੁਤ ਮਾੜੀ ਗੱਲ ਸੀਗੀ ਇਹ GST ਲਾਉਣੀ। ਚੰਗਾ ਕੀਤਾ ਇਹਨਾਂ ਨੇ ਹਟਾਤੀ ਹੈ। ਇਸੇ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਹੋਰ ਕਰਤਾਰਪੁਰ ਲਾਂਘੇ ਦਾ, ਤੁਸੀਂ ਸਾਰਾ ਕੁਝ ਦੇਖਿਆ, ਆਪ ਵੀ ਦੇਖਿਆ, ਅਸੀਂ ਵੀ ਦੇਖਿਆ। ਹਰ ਪੰਗਾ ਪਾਉਣ ਦੀ ਮੋਦੀ ਜੀ ਨੇ ਕੋਸ਼ਿਸ਼ ਕੀਤੀ। ਪਹਿਲਾਂ ਕਹਿੰਦੇ ਜੀ ਇਹ ਤੇ ਹੋ ਹੀ ਨਹੀਂ ਸਕਦਾ, ਪਹਿਲਾਂ ਰੌਲਾ ਇਹ ਪਾਤਾ ਇਹ ਤੇ ਜੀ ਹੋ ਹੀ ਨਹੀਂ ਸਕਦਾ, ਇਹ ਸਿੱਧੂ ਦੇ ਵਿਰੋਧੀ ਝੰਡੇ ਚੱਕ ਲਏ ਜੀ। ਉੱਥੇ ਬਾਜਵੇ ਨੂੰ ਜੱਫੀ ਪਾ ਲਈ, ਜੱਫੀ ਉਹਨੂੰ ਬਾਜਵੇ ਨੂੰ ਕੋੜ ਹੋਇਆ ਤੇ ਜੱਫੀ ਪਾ ਲਈ ਵੀ ਇਹਨੂੰ ਕੋੜ ਹੋ ਜੂਗਾ ਹੈ। ਕੋਈ ਤੁਸੀਂ ਕਿਸੇ ਦੇ ਐਸੇ ਗੈਸਟ ਗਏ ਆ ਹੈ ਨਾ, ਜਾਂ ਤੇ ਜਾਣ ਹੀ ਨਾ ਦਿੰਦੇ, ਵੀਜ਼ਾ ਨਾ ਦਿੰਦੇ। ਜੇ ਗਏ ਆ ਤੇ ਉੱਥੇ ਹੱਥ ਵੀ ਮਿਲਾਊਗਾ, ਜੱਫੀ ਵੀ ਪਾਊਗਾ। ਇਹਨੇ ਜੱਫੀ ਟਰੰਪ ਨਾਲ ਕਿਉਂ ਪਾਈ? ਲੋਕਾਂ ਨੇ ਚੱਕ ਕੇ ਪਰਾਂ ਮਾਰਿਆ। ਇਹ ਜਾ ਕੇ ਗੰਗਾ ਨਹਾ ਕੇ ਆਇਆ ਮੋਦੀ ਆਪ, ਕਿਉਂ ਜੱਫੀ ਪਾਈ ਜਾ ਕੇ? ਇੱਕ ਵਾਰੀ ਨਹੀਂ ਕਈ ਵਾਰੀ ਮੋਢਿਆਂ ਤੇ ਚੜਿਆ ਜਾ ਕੇ। ਔਰ ਇਹ ਵੀ ਕਿਹਾ ਕਿ ਅਬ ਕੀ ਬਾਰ ਟਰੰਪ ਸਰਕਾਰ, ਕੁਝ ਪਤਾ ਧੇਲੇ ਦੀ ਰਾਜਨੀਤਿਕ ਅਕਲ ਨਹੀਂ ਹੈ। ਪਤਾ ਨਹੀਂ ਏਡੇ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਕਿਹਨੇ ਬਣਾਤਾ। ਸੱਚੀ ਗੱਲ ਹੈ, ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ। ਇਸ ਤਰ੍ਹਾਂ ਜਾ ਕੇ ਤੁਸੀਂ ਸਟੇਟਸਮੈਨਸ਼ਿਪ ਏਡੇ ਵੱਡੇ ਕੰਟਰੀ ਦੇ ਪ੍ਰੈਜ਼ੀਡੈਂਟ ਨਾਲ ਆਪਣੀ ਦਿਖਾਉਂਦੇ ਆ, ਤੁਸੀਂ ਬੱਚਿਆਂ ਨੂੰ ਉੱਥੇ ਬਿਹੇਵ ਕਰਕੇ ਆਏ ਆ। ਇੱਥੇ ਵੀ ਇਹੀ ਹਾਲਤ ਹੈਗੀ ਆ ਇਹਨਾਂ ਦੀ ਕਰਤਾਰਪੁਰ ਲਾਂਘੇ ਬਾਰੇ। ਉੱਥੇ ਰੌਲਾ ਪਾਤਾ, ਸਿੱਧੂ ਨੇ ਇਉਂ ਕਰਤਾ, ਸਿੱਧੂ ਨੇ ਇਉਂ ਕਰਤਾ। ਸਿੱਧੂ ਨੇ ਕੋਈ ਮਾੜਾ ਕੰਮ ਨਹੀਂ ਕੀਤਾ, ਹੋ ਗਿਆ। ਫਿਰ ਅੜਿੱਕੇ ਪਾਉਣੇ ਸ਼ੁਰੂ ਕਰਤੇ, ਪੁਲ ਨਹੀਂ ਬਣੂਗਾ ਤੇ ਨਹੀਂ ਹੋਊਗਾ ਜੀ। ਫਿਰ ਅਸੀਂ ਇੰਨਿਆਂ ਨੂੰ ਵੀਜ਼ਾ ਨਹੀਂ ਦਾਂਗੇ, ਘੱਟ ਤੁਸੀਂ ਸਾਨੂੰ 500 ਦਾ ਨਹੀਂ ਜੀ 5000 ਦਾ ਕਰੋ ਜੀ। ਜੋ ਵੀ ਵੀਜ਼ਾ ਨਾ ਕਰੋ ਜੀ, ਕਾਰਡ ਹੀ ਕਰ ਦਿਓ ਜੀ। ਜੋ ਵੀ ਇਹਨਾਂ ਨੇ ਕਿਹਾ, ਪੁਲ ਦਾ ਵੀ ਕਿਹਾ, ਹਰ ਚੀਜ਼ ਦਾ ਕਿਹਾ, ਹਰ ਗੱਲ ਉਹ ਮੰਨੀ ਗਏ, ਮੰਨੀ ਗਏ, ਮੰਨੀ ਗਏ। ਫਿਰ ਜਾ ਕੇ ਜਦੋਂ ਇਹਨਾਂ ਦੇ ਪਿੱਛੇ ਹਟਣ ਦਾ ਕੋਈ ਰਾਹ ਹੀ ਨਹੀਂ ਰਿਹਾ, ਇਹਨਾਂ ਨੇ ਕਿਹਾ ਯਾਰ ਹੁਣ ਤੇ ਮੰਨ ਹੀ ਜਾਓ, ਕੀ ਕਰਨਾ। ਇਹ ਹੈ ਕੋਈ ਇਹ ਹੁਣ ਕਹਿੰਦੇ ਸਾਨੂੰ ਨੰਬਰ ਦੇ ਦਿਓ ਜੀ, ਉਹਦਾ 골ਡ ਮੈਡਲ ਦੇ ਦਿਓ। ਟੋਕੀਓ ਚ ਤੇ ਮਿਲਿਆ ਨਹੀਂ ਕੋਈ। ਇਹਨੂੰ ਮੋਦੀ ਜੀ ਨੂੰ ਗਲ ਚ 골ਡ ਮੈਡਲ ਪਾ ਦਿਓ ਕਰਤਾਰਪੁਰ ਲਾਂਘੇ ਵਾਲਾ। ਇਹ ਜੇ 골ਡ ਮੈਡਲ ਲੈਣਾ ਤੇ ਜਾ ਕੇ ਇਮਰਾਨ ਕੋਲੋਂ ਲੈ ਆਉਣ, ਜਾ ਕੇ ਉੱਥੇ ਲਾਹੌਰ ਚ। ਅਸੀਂ ਇਮਰਾਨ ਸਾਹਿਬ ਨੂੰ ਅਸੀਂ ਚਿੱਠੀ ਸਾਰੇ ਜਾਣੇ ਕੱਢਦੇ ਹਾਂ, ਤੁਸੀਂ ਵੀ ਅਪੀਲ ਕਰ ਦਿਓ ਕਿ ਮੋਦੀ ਜੀ ਨੂੰ ਬੁਲਾਓ ਤੇ ਇਹਨਾਂ ਨੂੰ 골ਡ ਮੈਡਲ ਉੱਥੇ ਦਿਓ। ਲਾਹੌਰ ਵਾਲੀ SGPC ਤੋਂ, ਉਧਰ ਦੀ ਜਿਹੜੀ ਪਾਕਿਸਤਾਨ ਦੀ SGPC ਹੈ, ਕਿ ਇਹਨਾਂ ਨੂੰ ਸੁਸ਼ੋਭਿਤ ਕਰਨ, ਥੋੜਾ ਇਹਨਾਂ ਨੂੰ ਦਾਵਤ ਦੇਣ ਕਿ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ। ਇਹ ਗੱਲਾਂ ਜਿਹੜੀਆਂ ਬੱਚਿਆਂ ਵਾਲੀਆਂ ਗੱਲਾਂ ਨੇ। ਇੱਕ ਬਣਦਾ ਸੀਗਾ, ਤੁਸੀਂ ਕਰਤਾ। ਤੁਹਾਡਾ ਆਦਰ ਮਾਣ ਇਸੇ ਕਰਕੇ ਹੋਇਆ ਕਿ ਤੁਹਾਨੂੰ ਉੱਥੇ ਬੁਲਾਇਆ ਗਿਆ। ਬੁਲਾਇਆ ਨਹੀਂ ਗਿਆ, ਇਨੈਗੂਰੇਸ਼ਨ ਤੇ ਬੁਲਾਇਆ ਗਿਆ। ਇਹ ਅੰਦਰ ਜਾਣਾ ਚਾਹੁੰਦੇ ਸੀ, ਉਹਨਾਂ ਨੇ ਕਿਹਾ ਵੀ ਨਾ ਤੁਸੀਂ ਅੰਦਰ ਨਹੀਂ ਪਾਕਿਸਤਾਨ ਦੇ ਆ ਸਕਦੇ। ਇਹ ਗੁਰਦੁਆਰਾ ਸਾਹਿਬ ਦਾ, ਪਵਿੱਤਰ ਗੁਰਦੁਆਰਾ ਸਾਹਿਬ ਅਸਥਾਨ ਦੀ ਗੱਲ ਹੈਗੀ। ਤੁਸੀਂ ਇੱਥੋਂ ਬਾਰਡਰ ਤੋਂ ਹੀ ਮੁੜ ਜਾਓ ਆਪਣੇ ਦੇਸ਼ 'ਚ। ਉੱਥੋਂ ਹੀ ਮੋੜਤਾ। ਫਿਰ ਚਲੋ ਆਇਆ, ਹੋਰ ਬਰਸੀਆਂ ਆਈਆਂ, ਗੁਰੂ ਤੇਗ ਬਹਾਦਰ ਜੀ ਦੀ ਆਈ, 350ਵਾਂ ਉਹਨਾਂ ਦਾ ਵੀ ਆਇਆ, 400 ਸਾਲਾ ਵੀ ਆਇਆ। ਸਾਰਾ ਕੁਛ ਜੋ ਵੀ ਸਾਡੇ ਗੁਰੂਆਂ ਸਾਹਿਬਾਨ ਦੀਆਂ ਸ਼ਤਾਬਦੀਆਂ ਆਈਆਂ ਜਾਂ ਉਹਨਾਂ ਦੇ ਜਨਮ ਦਿਹਾੜੇ ਆਏ, ਉਹ ਕਹਿੰਦੇ ਜੀ ਉਹਦੇ 'ਚ ਬਹੁਤ ਅਸੀਂ ਸੇਵਾ ਕੀਤੀ, ਸਾਰੇ ਦੇਸ਼ ਦੇ ਵਿੱਚ ਅਸੀਂ ਕੀਤੀ। ਚੰਗੀ ਗੱਲ ਹੈ, ਕਰਨੀ ਚਾਹੀਦੀ ਹੈ। ਆਪਣੇ ਹੀ ਦੇਸ਼ ਦੇ ਆ ਗੁਰੂ, ਵੀ ਆਪਣੇ ਹੀ ਦੇਸ਼ ਦੇ ਆ, ਕਰੋ ਤੁਸੀਂ। ਪਰ ਜੋ ਤੁਹਾਡੀ ਅਸਲੀਅਤ ਹੈ ਕਿ ਤੁਸੀਂ ਕਿਵੇਂ ਲੋਕਾਂ ਨੂੰ ਵੱਡ ਵਡਿੰਗਾ ਕਰਾ ਕੇ ਖੋਪੜੀਆਂ ਤੇ ਨੱਚਦੇ ਹੋਏ ਦਿੱਲੀ ਆ ਸਕਦੇ ਆ ਗੁਜਰਾਤ ਤੋਂ 2002 ਦੇ ਦੰਗਿਆਂ ਤੋਂ ਬਾਅਦ। ਲੋਕ ਭੁੱਲਦੇ ਨਹੀਂ, ਬਿਲਕੁਲ ਨਹੀਂ ਭੁੱਲਣ। ਅੱਖਾਂ ਦੇ ਸਾਹਮਣੇ ਆ ਹੁਣ ਦਿੱਲੀ ਦੇ ਵਿੱਚ ਜੋ ਹੁਣ ਵਾਲੇ ਦੰਗੇ ਹੋਏ ਆ, ਉਹ ਅੱਖਾਂ ਦੇ ਸਾਹਮਣੇ। ਔਰ ਕਿਹਨੂੰ ਕਿਸ ਤਰੀਕੇ ਨਾਲ ਕੀਤਾ ਗਿਆ ਤੇ ਕਿਹਨੂੰ ਉਹਦੇ ਚ ਬਾਅਦ ਚ ਫਸਾਇਆ ਗਿਆ ਨਜਾਇਜ਼ UAPA ਦੇ ਤਹਿਤ। ਤੁਸੀਂ ਆਪਣੇ ਆਪ ਨੂੰ ਇਨਸਾਫ ਪਸੰਦ ਕਹਿੰਦੇ ਆ, ਮਾਨਵਵਾਦੀ ਕਹਿੰਦੇ ਆ, ਇਹੀ ਦੱਸਣਾ ਚਾਹੁੰਦੇ ਆ ਨਾ ਕਿ ਅਸੀਂ। ਪਰ ਤੁਸੀਂ ਸਿੱਖੀ ਦੇ ਨੇੜੇ ਤੇੜੇ ਦੇ ਨਹੀਂ ਲੰਘੇ ਉਸ ਵਿਚਾਰ ਤੇ ਉਸ ਫਲਸਫੇ ਦੇ, ਤੁਸੀਂ ਬਿਲਕੁਲ ਉਹਦੇ ਉਲਟ ਖੜੇ। ਸਿੱਖੀ ਦੀ ਲੋੜ ਹੀ ਨਾ ਪੈਂਦੀ, ਇਸ ਮੂਵਮੈਂਟ ਦੀ ਲੋੜ ਹੀ ਨਾ ਪੈਂਦੀ, ਜੇ ਤੁਹਾਡੇ ਮਨੂਵਾਦੀ ਸੋਚ, ਜਿਹਨੂੰ RSS ਝੰਡਾ ਬਰਦਾਰ ਆ ਜਿਹਦੀ, ਉਹ ਇਸ ਧਰਤੀ ਤੇ ਨਾ ਪਨਪਦੀ। ਕੀ ਲੋੜ ਸੀ ਫਿਰ ਸਿੱਖੀ ਦੀ? ਫਿਰ ਤੇ ਠੀਕ ਹੀ ਸੀ ਸਾਰਾ। ਕਿਉਂਕਿ ਤੁਸੀਂ ਜਾਤੀਗਤ ਨਫ਼ਰਤ ਏਡੇ ਵੱਡੇ ਪੱਧਰ ਤੇ ਬੀਜ ਕੇ ਰੱਖੀ ਆ ਅੱਜ ਤੱਕ।
ਅਜੇ ਵੀ ਜਾਤਾਂ ਦਾ ਤੁਸੀਂ ਜਿਵੇਂ ਭੇਡਾਂ ਬੱਕਰੀਆਂ ਅਲੱਗ-ਅਲੱਗ ਕਿਸਮ ਦੀਆਂ ਜੋੜੀਆਂ ਜਾਂਦੀਆਂ ਉਂਝ ਤੁਸੀਂ ਜੋੜਦੇ ਆ ਤੇ ਇਸੇ ਤਰੀਕੇ ਨਾਲ ਘੱਟ ਗਿਣਤੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਆਪਣੇ ਬਹੁ ਗਿਣਤੀ ਦੀਆਂ ਵੋਟਾਂ ਨੂੰ ਖੁਸ਼ ਕਰਕੇ, ਜੋ ਪਿਛਲੀ ਵਾਰੀ ਵੀ ਮੁਜ਼ੱਫਰਨਗਰ 'ਚ ਹੋਇਆ, ਸਾਰਿਆਂ ਨੂੰ ਪਤਾ ਪਿਛਲੀ ਵਾਰੀ ਵੋਟਾਂ 'ਚ ਹੁਣ ਵੀ ਉਹ ਗੱਲਾਂ ਚਾਲਾਂ ਚੱਲਣਗੀਆਂ, ਵੱਡੇ ਪੱਧਰ ਤੇ ਯੂਪੀ 'ਚ ਵੀ ਚੱਲਣਗੀਆਂ, ਹੋਰ ਜਗ੍ਹਾ ਵੀ ਚੱਲਣਗੀਆਂ। ਇਸ ਲਈ ਤੁਹਾਡਾ ਜਿਹੜਾ ਖੂੰਖਾਰ ਚਿਹਰਾ ਔਰ ਲੋਕਾਂ ਦੇ ਜਿਹੜੇ ਬਿਲਕੁਲ ਸਧਾਰਨ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹੱਥ, ਆਦਮ ਬੋ ਤੁਹਾਡੀ ਕਰਦੀ ਆਤਮਾ, ਉਹ ਲੋਕ ਜਾਣ ਚੁੱਕੇ ਆ। ਇਸ ਲਈ ਤੁਸੀਂ ਇਸ ਕਰਕੇ ਆਪਣੇ ਕਿਤਾਬਚੇ ਵੰਡਣੇ ਆ ਜਾਂ ਉਹ ਕਰਨੇ ਆ ਕਿ ਲੋਕਾਂ ਦਾ ਦਿਲ ਜਿੱਤਣਾ, ਕਰੀ ਚੱਲੋ, ਜੋ ਮਰਜ਼ੀ ਕਰੋ। ਤਾਂ ਇਹ ਡੈਮੋਕ੍ਰੇਟਿਕ ਕੰਟਰੀ ਆ, ਤੁਹਾਨੂੰ ਪਾਣੀ, ਚਾਹ ਪਾਣੀ, ਲੱਸੀ ਪਾਣੀ ਸਾਰਾ ਪੁੱਛਾਂਗੇ, ਇਹ ਨਹੀਂ ਹੈ। ਉਹ ਸਾਡਾ ਜੇ ਰੋਸ਼ ਆ ਪੰਜਾਬੀਆਂ ਦਾ, ਤੇ ਉਹ ਰਾਜਨੀਤਿਕ ਰੋਸ਼ ਆ। ਦਿਲੋਂ ਅਸੀਂ ਕਿਸੇ ਦੇ ਵੈਰੀ ਨਹੀਂ ਹੈ, ਨਾ ਕੋਈ ਸਾਡਾ ਕੋਈ ਦੁਸ਼ਮਣ ਹੈ। ਅਸੀਂ ਤੇ ਸਭ ਨੂੰ ਗਲੇ ਲਾ ਕੇ ਚੱਲਣ ਵਾਲੇ, ਤੁਹਾਨੂੰ ਵੀ ਲਾਵਾਂਗੇ, ਲਾਉਂਦੇ ਰਹੇ ਵੀ, ਹੁਣ ਵੀ ਲਾਵਾਂਗੇ। ਪਰ ਜੋ ਤੁਸੀਂ ਆਪਣੀ ਸੋਚ ਬਣਾ ਲਈ ਹੈ ਕਿ ਲੋਕੀ ਸਿਰਫ ਤੁਹਾਨੂੰ ਵੋਟਾਂ ਦਿਖਦੀਆਂ, ਕਿਸੇ ਵੀ ਤਰੀਕੇ ਨਾਲ ਸੱਤਾ ਦੇ ਵਿੱਚ ਕਿਵੇਂ ਦੇਸ਼ ਭਾਵੇਂ ਜਾਏ ਕਿਤੇ ਵੀ, ਜਿੱਥੇ ਮਰਜ਼ੀ ਡੁੱਬ ਜਾਏ, ਤਬਾਹ ਹੋ ਜਾਏ, ਤੁਹਾਨੂੰ ਕੋਈ ਪਰਵਾਹ ਨਹੀਂ ਹੈ। ਸਾਨੂੰ ਪੰਜਾਬੀਆਂ ਨੂੰ, ਸਿੱਖੀ ਨੂੰ ਖਾਸ ਕਰਕੇ, ਇਹ ਬਿਲਕੁਲ ਕਿਸੇ ਵੀ ਤਰੀਕੇ ਨਾਲ ਆਵਾਰਾ ਨਹੀਂ ਖਾਂਦਾ। ਤੇ ਜਿਹੜਾ ਸਵਾਲ ਇਹਨਾਂ ਨੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਵਡਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਹ ਦੇਖੋ ਜੀ ਜਿਹੜੇ ਮੋਦੀ ਜੀ ਆ, ਤੇ ਉਹ ਤੇ ਰੋਜ਼ ਦਾ ਕੋਈ ਸਿੱਖਾਂ ਦੇ ਹੱਕ ਵਿੱਚ ਇੱਕ ਦਾ ਕੰਮ ਨਾ ਕਰ ਲੈਣ ਤੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੇਰਾ ਖਿਆਲ ਹੈ ਕਿ ਲੋਕ ਇਸ ਗੱਲ ਦਾ ਭਰੋਸਾ ਨਹੀਂ ਕਰਨਗੇ। ਮੈਂ ਲਾਸਟ ਗੱਲ ਕਹੂੰਗਾ, ਜੇ ਅਜੇ ਵੀ ਮਾੜੀ ਮੋਟੀ ਬਚੀ ਹੋਈ ਬਚਾਉਣੀ ਹੈ ਮੋਦੀ ਜੀ ਨੇ, ਬਚੀ ਤੇ ਨਹੀਂ ਹੈ, ਪਰ ਜੇ ਵੀ ਉਹਦੇ, ਜਿਸ ਤਰ੍ਹਾਂ ਹੁਣ ਅਕਾਲੀਆਂ ਨੇ ਲਾਸਟ ਮੂਮੈਂਟ ਤੇ ਬਾਹਰ ਆ ਕੇ ਆਪਣੀ ਇੱਜ਼ਤ ਬਚਾ ਹੀ ਲਈ, ਜੇ ਇਹਨੇ ਵੀ ਬਚਾਉਣੀ ਹੈ ਤੇ ਕੱਲ ਹੀ ਐਲਾਨ ਕਰ ਦੇਣ। ਜੇ ਰਾਹੁਲ ਗਾਂਧੀ ਜਿੱਥੇ ਗਿਆ ਉੱਥੇ ਵੀ ਚਲੇ ਜਾਣ ਸੋਮਵਾਰ। ਮੋਦੀ ਜੀ ਪਾਰਲੀਮੈਂਟ ਕਿਹੜੀ ਚੱਲਣ ਡਈ ਆ, ਉੱਥੇ ਪਾਰਲੀਮੈਂਟ ਤੇ ਚੱਲਦੀ ਨਹੀਂ ਹੈ। ਮੋਦੀ ਜੀ ਆਪਣਾ ਉੱਥੇ ਗੱਡੀ ਲੈਣ, ਉੱਥੇ ਜਾ ਕੇ ਥੱਲੇ ਕਿਸਾਨਾਂ ਦੀ ਜਿਹੜੀ ਸੰਸਦ ਲੱਗੀ ਉੱਥੇ ਬਹਿ ਜਾਣ, ਜਾ ਕੇ ਕਹਿ ਦੇਣ ਵੀ ਭਾਈਓ ਮਾਫ ਕਰੋ, ਉਹ ਸੰਸਦ ਤੇ ਚੱਲਦੀ ਨਹੀਂ, ਤੁਹਾਡੀ ਤੇ ਬੜੀ ਕਾਮਯਾਬ ਸੰਸਦ ਚੱਲਦੀ ਹੈ, ਤੇ ਮੈਂ ਇਸ ਸੰਸਦ ਦੇ ਵਿੱਚ ਐਲਾਨ ਕਰਦਾ ਕਿ ਤਿੰਨੇ ਕਾਨੂੰਨ ਵਾਪਸ ਲੈ ਨਹੀਂ ਕਰ ਜਾਣ। ਹਾਲਾਂਕਿ ਕਰਨੇ ਤੇ ਅਲਟੀਮੇਟਲੀ ਉੱਥੇ ਵੀ ਪੈਣੇ ਆ, ਪਰ ਇੱਕ ਡਰੈਸ ਰਿਹਰਸਲ ਤੇ ਹੋ ਜਾਊਗੀ, ਕਿਸਾਨ ਵੀ ਖੁਸ਼ ਤੇ ਮੋਦੀ ਵੀ ਖੁਸ਼। ਕੋਈ ਕਿਤਾਬਚਿਆਂ ਦੀ ਲੋੜ ਨਹੀਂ ਹੈ, ਕੋਈ ਐਵੇਂ ਵਾਧੂ ਕਾਗਜ਼ ਖਰਾਬ ਕਰਨ ਦੀ ਲੋੜ ਨਹੀਂ ਹੈ। ਪਰ ਜੇ ਤੁਸੀਂ ਕਰਨੇ ਕੁਕਰਮ ਆ ਤੇ ਚਿਹਰਾ ਸੰਨਿਆਸੀਆਂ ਵਾਲਾ, ਫਕੀਰਾਂ ਵਾਲਾ, ਇਹ ਲੋਕ ਸਾਰਾ ਕੁਝ ਚਿਹਰੇ ਦੇ ਜਿਹੜਾ ਮਖੌਟਾ ਉਹਦੇ ਪਿੱਛੇ ਦੇਖਣ ਦੇ ਕਾਬਲ ਹੋ ਚੁੱਕੇ ਆ, ਔਰ ਇਸ ਤੇ ਉਹ ਬਹੁਤਾ ਵਿਸ਼ਵਾਸ ਕਰਨ ਵਾਲੇ ਨਹੀਂ। ਹਾਂਜੀ ਸੁਖਵਿੰਦਰ। ਬਿਲਕੁਲ ਜੋ ਕੁਝ ਕਿਤਾਬਚੇ 'ਚ ਲਿਖਿਆ, ਉਹਦੇ ਵਿੱਚ 84 ਬਾਰੇ ਵੀ ਲਿਖਿਆ ਕਿ ਅਸੀਂ ਕਿੰਨਾ ਕੁ ਇਨਸਾਫ ਜਿਹੜਾ ਦਿੱਤਾ, ਕੀ ਕੁਝ ਕਰ ਰਹੇ ਹਾਂ। ਹੋਰ ਵੀ ਗੱਲਾਂ ਜਿਹੜੀਆਂ ਨੇ, ਕਹਿੰਦੇ ਅਸੀਂ ਉਹ ਜਿਹੜੀ ਕਾਲੀ ਸੂਚੀ ਸੀਗੀ ਉਹਦੇ ਵਿੱਚੋਂ ਨਾਮ ਹਟਾ ਦਿੱਤੇ, ਹੋਰ ਵੀ ਬੜਾ ਕੁਝ ਇਹੋ ਜਿਹਾ ਉਹਦੇ ਵਿੱਚ ਜੋੜਿਆ ਗਿਆ। ਸ਼ਾਇਦ ਬੀਜੇਪੀ ਨੂੰ ਕਿਤਾਬਚੇ ਦਾ ਨਾਂ ਲੋਕ ਕਹਿੰਦੇ ਰੱਖ ਲੈਣਾ ਚਾਹੀਦਾ ਸੀ ਕਿ ਬੀਜੇਪੀ ਸਿੱਖ ਵਿਰੋਧੀ ਨਹੀਂ। ਇਹ ਨਾਮ ਰੱਖ ਦਿੰਦੇ ਤੇ ਲੋਕ ਵੀ ਹਿਸਾਬ ਮੰਗਦੇ ਕਿ ਆਖਿਰਕਾਰ ਤੁਹਾਨੂੰ ਸਿੱਖਾਂ ਲਈ ਕਰਨਾ ਕੀ ਚਾਹੀਦਾ ਸੀ। ਪਰ ਵੱਡੀ ਗੱਲ ਪ੍ਰੋਫੈਸਰ ਸਾਹਿਬ ਇਹਦੇ ਵਿੱਚ ਇਹ ਨਜ਼ਰ ਆਉਂਦੀ ਹੈ ਕਿ ਤੁਸੀਂ ਇੱਕ ਤਰੀਕੇ ਨਾਲ ਉਸੇ ਵੋਟ ਦੀ ਸਿਆਸਤ ਕਰ ਰਹੇ ਹੋ ਜਿਹੜੀ ਤੁਹਾਨੂੰ ਚਾਹੀਦੀ ਹੈ, ਜਿਹਦੇ ਬਲਬੂਤੇ ਤੇ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੇ ਹੋ, ਪਰ ਉਹ ਸ਼ਾਇਦ ਸੁਪਨਾ ਰਹਿ ਜਾਣਾ। ਕਿਉਂਕਿ ਗੱਲ ਇੱਥੇ ਪੰਜਾਬੀਆਂ ਦੀ ਹੋਣੀ ਚਾਹੀਦੀ ਸੀ ਪ੍ਰੋਫੈਸਰ ਸਾਹਿਬ, ਗੱਲ ਪੰਜਾਬੀਆਂ ਦੀ, ਸਿਰਫ ਪੰਜਾਬੀਆਂ ਦੀ, ਜਿਹਦੇ ਵਿੱਚ ਪੰਜਾਬੀਅਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ 'ਚ ਸਾਰੀਆਂ ਕੌਮਾਂ, ਸਾਰੇ ਧਰਮ, ਜਿੰਨੇ ਪੰਜਾਬ ਦੇ ਵਿੱਚ ਲੋਕ ਰਹਿੰਦੇ ਨੇ, ਸਾਰੇ ਆ ਜਾਂਦੇ ਸੀ। SC BC, ਹਰ ਧਰਮ ਦਾ, ਹਰ ਫਿਰਕੇ ਦਾ, ਸਾਰਿਆਂ ਨੇ ਕਹਿਣਾ ਬਾਕੀ ਗੱਲ ਪੰਜਾਬ ਦੀ ਹੋਈ ਹੈ, ਪੰਜਾਬੀਆਂ ਦੀ ਹੋਈ ਹੈ। ਇਹਨਾਂ ਨੇ ਫੇਰ ਉਹੀ ਵੋਟ ਬੈਂਕ ਵਾਲੀ ਨੀਤ ਦੇ ਨਾਲ ਸਾਰਾ ਕੁਝ ਕੀਤਾ ਕਿ ਜੀ ਅਸੀਂ ਸਿੱਖਾਂ ਲਈ ਕੀ ਕੁਝ ਕੀਤਾ ਹੈ, ਅਸੀਂ ਉਹਦੇ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਾਇਦ ਹੁਣ ਸਿੱਖ ਜਿਹੜੇ ਨੇ ਸਾਡੇ ਪਾਲੇ ਵਿੱਚ ਆ ਜਾਣ। ਜਿਹੜੇ ਬਾਰਡਰਾਂ ਤੇ ਬੈਠੇ ਨੇ ਉਹ ਤਾਂ ਕਹਿੰਦੇ ਅਸੀਂ ਪੰਜਾਬੀ ਆ, ਸਾਡਾ ਧਰਮ, ਸਾਡੀ ਕੌਮ, ਸਾਡੀ ਜਾਤ, ਅਸੀਂ ਪੰਜਾਬੀ ਆ, ਮਸਲੇ ਦਾ ਹੱਲ ਕਰ ਦਿਓ। ਲੋਕ ਮੇਰੇ ਖਿਆਲ ਚ ਬਹੁਤ ਸਿਆਣੇ ਹੋ ਗਏ। 2022 ਦੀ ਇਲੈਕਸ਼ਨ ਬੀਜੇਪੀ ਨੂੰ ਵੀ ਪਤਾ ਲੱਗ ਗਿਆ ਕਿ ਇੱਥੇ ਕੋਈ ਮੋਦੀ ਸਾਹਿਬ ਦੀ ਹਵਾ ਨਹੀਂ ਚੱਲਣੀ, ਨਾ ਤਾਂ ਲੋਕਾਂ ਨੇ ਪਹਿਲਾਂ ਚੱਲਣ ਦਿੱਤੀ ਹੈ ਤੇ ਨਾ ਹੁਣ ਤਾਂ ਬਿਲਕੁਲ ਹੀ ਸੁਪਨਾ ਸਾਫ਼ ਹੋਇਆ ਪਿਆ। ਦੇਖੋ ਜਿਹੜਾ ਸਿੱਖੀ ਹੈ, ਜਦੋਂ ਉਹ ਕਮਿਊਨਲ ਮਾਈਂਡ ਨਹੀਂ ਹੈ, ਉਹ ਬਿਲਕੁਲ ਐਉਂ ਨਹੀਂ ਇੱਕ ਕਲੋਜ਼ਡ ਬੰਦ ਗੁਫਾ ਵਾਂਗੂ ਨਹੀਂ ਹੈ। ਉਹਦੇ ਦਰਵਾਜ਼ੇ ਤੇ ਦਿਲ ਤੇ ਸੋਚ ਖੁੱਲੀ ਹੈ। ਇਸੇ ਕਰਕੇ ਕਈ ਜਦੋਂ ਸਿੱਖ, ਜਿਨ੍ਹਾਂ 'ਚ ਖਾਸ ਕਰ ਸਤਿਕਾਰ ਕਮੇਟੀ ਵਾਂਗੂ ਜਿਹੜੇ ਕੋਈ ਜ਼ਿਆਦਾ ਫੰਡਾਮੈਂਟਲਿਸਟ ਹੋ ਜਾਂਦੇ ਆ,
ਸਾਨੂੰ ਇਸ ਗੱਲ ਦਾ ਦੁੱਖ ਆਉਂਦਾ ਕਿ ਮੁਸਲਮਾਨਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਨੁਯਾਈ ਨਹੀਂ, ਲੱਖਾਂ ਦੀ ਗਿਣਤੀ 'ਚ ਮੁਸਲਮਾਨ ਗੁਰੂ ਨਾਨਕ ਦੇਵ ਜੀ ਦੇ ਅਨੁਯਾਈ ਹੈ। ਉਹਨੂੰ ਅਸੀਂ ਬਾਹਰੀ ਕਵਾਂਗੇ, ਪਰ ਤੁਸੀਂ ਕਿਸੇ ਬੀਜੇਪੀ ਤੇ ਆਰਐਸਐਸ ਸਾਹਮਣੇ ਮੁਸਲਮਾਨਾਂ ਦਾ ਪਹਿਲਾ ਮੰਮਾ ਹੀ ਅੱਖਰ ਜਿਹੜਾ ਲੈ ਕੇ ਦੇਖੋ, ਜੋ ਉਸੇ ਵੇਲੇ ਤੁਹਾਡਾ ਸਿਰ ਵੱਢਣ ਨੂੰ ਨਾ ਤਿਆਰ ਹੋ ਜਾਣਗੇ। ਉਹ ਤੇ ਕਹਿਣਗੇ ਲਾਲ ਪੀਲੇ ਹੋ ਜਾਂਦੇ ਆ, ਲਾਲ ਪੀਲੇ ਹੋ ਜਾਂਦਾ ਉਹਨਾਂ ਦਾ ਮੂੰਹ ਐਉਂ, ਕਿਉਂਕਿ ਇੰਨੀ ਜ਼ਹਿਰ ਅੰਦਰ ਖੜੱਪੇ ਸੱਪ ਵਾਂਗੂ ਉਹਨਾਂ ਦੇ ਮਨ 'ਚ ਭਰੀ ਹੋਈ ਆ ਮੁਸਲਮਾਨਾਂ ਵਿਰੁੱਧ। ਇਸੇ ਲਈ ਸਾਡੇ ਜਦੋਂ ਅਸੀਂ ਸਿੱਖ ਕਹਿੰਦੇ ਹਾਂ, ਸਿੱਖ ਦਾ ਮਤਲਬ ਮਾਨਵਾਦੀ, ਸਰਬ ਧਰਮ, ਸਰਬ ਜਾਤ, ਉਹਦੇ 'ਚ ਕੋਈ ਦੇਸ਼ ਵਿਦੇਸ਼ ਨਹੀਂ ਹੈਗਾ, ਕੋਈ ਬਾਉਂਡਰੀਜ਼ ਨਹੀਂ ਹੈ, ਕੋਈ ਬਾਰਡਰ ਨਹੀਂ ਹੈ, ਕੋਈ ਤੂੰ ਮੈਂ ਨਹੀਂ ਹੈ। ਮੈਂ ਸਿੱਖੀ ਨੂੰ ਇੰਝ ਹੀ ਲੈਣਾ, ਔਰ ਹੋਣਾ ਵੀ ਇੰਝ ਹੀ ਚਾਹੀਦਾ, ਔਰ ਸਾਡੀ ਗੁਰੂਆਂ ਦੀ ਸਿੱਖਿਆ ਵੀ ਇਹੀ ਹੈ। ਪਰ ਜਦੋਂ ਇਹ ਸਿੱਖੀ ਨੂੰ ਲੈਂਦੇ ਆ, ਇਹ ਇਹਨਾਂ ਨੂੰ ਇੱਕ ਖਾਸ ਸਮੁਦਾਇ ਨਜ਼ਰ ਆਉਂਦਾ ਜਿਹੜਾ ਤਕੜਾ ਆ, ਇਮਾਨਦਾਰ ਆ, ਲੜਦਾ ਆ, ਤੇ ਇਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਨੂੰ ਵੀ ਲੱਗਦਾ ਸੀ ਕਿ ਇਹਨਾਂ ਨੂੰ ਨਾਰਾਜ਼ ਕੀਤਿਆਂ ਇੱਥੇ ਰਾਜ ਕਰਨਾ ਮੁਸ਼ਕਲ ਆ, ਇਸ ਲਈ ਕੋਈ ਤਰ੍ਹਾਂ ਕਿਤੇ ਪਤਿਆ ਲਓ, ਪਹਿਲਾਂ ਦਬਾਓ, ਨਹੀਂ ਦਬਦੇ ਤੇ ਪਤਿਆ ਲਓ, ਫਿਰ ਨਹੀਂ ਤੇ ਪਾਕਿਸਤਾਨ ਨਾਲ ਲੜਾਈ ਤੇ ਲਾਉਣਗੇ, ਫਿਰ ਉਸ ਤਰੀਕੇ ਨਾਲ ਦਬਾ ਲੈਣਗੇ, ਫਿਰ ਦੇਸ਼ ਭਗਤੀ ਦੇ ਗਾਣੇ ਸ਼ੁਰੂ ਹੋ ਜਾਣਗੇ, ਤੇ ਫਿਰ UAPA ਤੇ ਹੋਰ ਲਾ ਕੇ ਲੋਕਾਂ ਨੂੰ ਅੰਦਰ ਕਰਨਗੇ। ਇਹਨਾਂ ਕੋਲ ਸਟੇਟਾਂ ਕੋਲ ਬਥੇਰੇ ਅਧਿਕਾਰ ਹੁੰਦੇ ਆ, ਬਥੇਰੇ ਤੌਰ ਤਰੀਕੇ ਵੀ ਹੁੰਦੇ ਆ, ਤੇ ਮੇਰਾ ਤੇ ਇਸ ਦੇ ਵਿੱਚ ਇਹ ਸੋਚਣਾ ਆ ਕਿ ਚੰਗੇ ਕਰਮ ਕਰੋ, ਲੋਕ ਆਪੇ ਪਛਾਣ ਲੈਣਗੇ, ਜਿਹੜਾ ਕਿ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਵੱਸ ਦਾ ਕੰਮ ਹੈਗਾ। ਬੀਜੇਪੀ ਆਰਐਸਐਸ ਨਾਲ ਤੁਸੀਂ ਪ੍ਰਾਈਵੇਟਲੀ ਕਿਤੇ ਗੱਲਾਂ ਬਾਤਾਂ ਬਿਨਾਂ ਆਪਣੀ ਆਇਡੈਂਟੀਟੀ ਦੱਸਿਆਂ ਕਰਕੇ ਦੇਖੋਗੇ ਤੇ ਤੁਹਾਨੂੰ ਅੰਦਾਜ਼ਾ ਹੋਊਗਾ ਕਿ ਇੰਡੀਆ ਦੇ ਅੰਦਰ ਨਫ਼ਰਤ ਦੀ ਜ਼ਹਿਰ ਦਾ ਸਮੁੰਦਰ ਇੰਨਾ ਭਰ ਚੁੱਕਾ ਹੈ ਕਿ ਉੱਥੇ ਸਾਰੇ ਡੁੱਬਣ। ਉਹ ਜਿਸ ਦਿਨ ਉਹਨੂੰ ਅੱਗ ਲੱਗੀ, ਜਦੋਂ ਮਾੜਾ ਜਿਹਾ ਜਿਸ ਤਰ੍ਹਾਂ ਸੁੱਕਾ ਘਾਟ ਟ੍ਰਿਗਰ ਮਾੜੀ ਜਿਹੀ ਅੱਗ ਲੱਗੇ ਤੇ ਫਿਰ ਉਹ ਕਿਸੇ ਦੇ ਵੱਸ ਦੀ ਨਹੀਂ ਗੱਲ ਰਹਿੰਦੀ। ਇਹ ਹਾਲਤ ਆਲਰੇਡੀ ਇਹ ਦੇਸ਼ ਦੇ ਅੰਦਰ ਬਣਾ ਚੁੱਕੇ ਆ, ਲੋਕਾਂ ਨੂੰ ਬੋਲ ਬੋਲ ਕੇ ਕਹਿ ਕੇ ਇਹਨਾਂ ਦੀ ਕਾਨਾਫੂਸੀ ਬਹੁਤ ਤਕੜੀ ਹੁੰਦੀ ਹੈ। ਇਸੇ ਲਈ ਇਹ ਉਹੋ ਹੀ ਬੰਦ ਕਰ ਦੇਣ ਰੱਬ ਦਾ ਵਾਸਤਾ, ਤੇ ਉਹੀ ਸਿੱਖਾਂ ਨੂੰ ਪਿਆਰ ਕਰਨ ਵਾਲੀ ਗੱਲ ਹੈ। ਉਹੀ ਸਿੱਖੀ ਲਈ ਸਭ ਤੋਂ ਵੱਡਾ ਕੰਮ ਆ ਕਿ ਤੁਸੀਂ ਧਰਮਾਂ ਦੀ ਜ਼ਹਿਰ ਨਫ਼ਰਤ ਬੰਦ ਕਰ ਦਿਓ ਤੇ ਜਾਤੀਗਤ ਨਫ਼ਰਤ ਵਿਤਕਰਾ ਉਸ ਨੂੰ ਬੰਦ ਕਰ ਦਿਓ। ਕੱਲਾ ਰਿਜ਼ਰਵੇਸ਼ਨ ਨਾਲ ਨਹੀਂ, ਕੱਲਾ ਆਟਾ ਦਾਲ ਦੇਣ ਨਾਲ ਦੇ ਨਹੀਂ, ਕੱਲਾ 2000 ਰੁਪਏ 3-4 ਮਹੀਨਿਆਂ ਬਾਅਦ ਕਿਸੇ ਦੇ ਅਕਾਊਂਟ 'ਚ ਜਮ੍ਹਾਂ ਕਰਾਉਣ ਨਾਲ ਨਹੀਂ, ਦਿਲੋਂ ਗਲੇ ਲਾਓ, ਆਪਣੇ ਚੌਂਕੇ ਚੜਾਓ, ਉਹਨਾਂ ਦੇ ਹੱਥ ਦਾ ਖਾਓ, ਬਰਾਬਰ ਬਿਠਾਓ, ਉਸੇ ਜਗ੍ਹਾ ਤੇ ਬਿਠਾਓ ਜਿੱਥੇ ਆਪ ਬੈਠੇ ਆ, ਗੱਲ ਖਤਮ ਹੈ। ਤੁਸੀਂ ਆਪਣੇ ਉੱਪਰੋਂ ਆਪਣੀਆਂ ਸਾਰੀਆਂ ਸੁੱਖ ਸਹੂਲਤਾਂ ਮਾਣਦੇ ਹੋਏ ਤੇ ਇਸੇ ਤਰੀਕੇ ਨਾਲ ਆਪਣੀਆਂ ਪੋਜੀਸ਼ਨਾਂ ਨੂੰ ਕਾਇਮ ਰੱਖੋਗੇ ਤੇ ਦੂਜਿਆਂ ਨੂੰ ਸੜਕਾਂ ਤੇ ਰੋਲਣ ਦਿਓਗੇ, ਇਹ ਨਹੀਂ ਚੱਲ ਸਕਦਾ। ਇਹ ਤੇ ਆਪਣੇ ਹੀ ਐਵੇਂ ਲੱਗਦਾ ਸਾਨੂੰ ਕਿ ਸਾਡੇ ਨਹੀਂ ਹੈ। ਜਿਹੜੇ ਇਹੋ ਜਿਹੇ ਰਾਜ ਕਰਦੇ ਲੋਕ ਅਹਿਸਾਸ ਹੋਊਗਾ ਕਿ ਸਾਡੇ ਆਪਣੇ ਆ, ਤੇ ਜੇ ਸਾਨੂੰ ਆਪਣੇ ਨਹੀਂ ਲੱਗਣਗੇ ਤੇ ਦੇਸ਼ ਭਗਤੀ ਕਿੱਥੋਂ ਆਊਗੀ? ਕੱਲ ਨੂੰ ਦੇਸ਼ ਤੇ ਕੋਈ ਭੀੜ ਬਣੂਗੀ ਤੇ ਜਿਹੜੇ ਗਿਣਤੀ 40-50% ਜਿਨ੍ਹਾਂ ਨੂੰ ਬਾਹਰ ਰੱਖਦੇ ਆ ਸਿਸਟਮ ਤੋਂ, ਉਹ ਕੀ ਦੇਸ਼ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਜੁੜ ਕੇ ਖੜਨਗੇ ਕਿ ਸਾਡੀ ਦੇਸ਼ ਨੇ ਬਹੁਤ ਸੇਵਾ ਕੀਤੀ ਹੈ? ਅੱਜ ਕੀ ਕਹਿ ਦਿੱਤਾ ਸਾਡੀ ਹਾਕੀ ਦੀ ਟੀਮ ਦੇ ਮੁੰਡਿਆਂ ਨੇ ਕਿ ਸਾਨੂੰ ਕੋਈ ਕਿਸੇ ਕਿਸਮ ਦੀ ਅਵਾਰਡ ਦੀ ਲੋੜ ਨਹੀਂ ਜਦ ਤੱਕ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਸਾਡੀ ਕਿਸਾਨੀ ਨੂੰ ਖੁਸ਼ ਕਰੋ, ਅਸੀਂ ਖੁਸ਼ ਹਾਂ। ਮਾਰਿਆ ਨਾ ਤਮਾਚਾ ਠੋਕ ਕੇ। ਇਸ ਤਰੀਕੇ ਨਾਲ ਤੁਸੀਂ ਸਮਝੋ ਲੋਕ ਕੀ ਕਹਿ ਰਹੇ, ਉਹਨਾਂ ਦਾ ਦਿਲ ਕੀ ਕਹਿ ਰਿਹਾ, ਕਿੰਨੇ ਉਦਾਸ ਹੋ ਚੁੱਕੇ ਆ, ਕਿੰਨੇ ਹਤਾਸ਼ ਹੋ ਚੁੱਕੇ ਆ। ਤੇ ਮੋਦੀ ਜੀ ਇਹ ਜੇ ਪੜ੍ਹ ਲੈਣ ਤੇ ਅੱਖਾਂ ਖੋਲ ਕੇ ਦੇਖ ਲੈਣ ਤੇ ਜਾਂ ਸਾਡੀਆਂ ਗੱਲਾਂ ਸੁਣ ਲੈਣ ਤੇ ਫਿਰ ਇਹ ਕਿਤਾਬਚਿਆਂ ਦੀ ਲੋੜ ਨਹੀਂ ਸੀ ਪੈਣੀ। ਉਹ ਬਥੇਰੇ ਗੱਪ ਮਾਰਨੀ ਛੱਡ ਦੇਣ। ਸਭ ਤੋਂ ਵੱਡੀ ਗੱਲ ਹੈ ਦਿਲ ਖੋਲ ਕੇ ਚੱਲਣ, ਜੋ ਗਲਤੀਆਂ ਉਹਨੂੰ ਗਲਤ ਕਹਿਣ, ਕਮਜ਼ੋਰੀਆਂ ਨੂੰ ਮੰਨ ਲੈਣ, ਨਵੇਂ ਪੂਰਨੇ ਪਾ ਕੇ ਫਿਰ ਮੱਠੱਟੀ ਸ਼ੁਰੂ ਕਰ ਦੇਣ। ਕੋਈ ਇਹ ਦੇਸ਼। ਹਾਂਜੀ, ਮੇਰਾ ਆਖਰੀ ਸਵਾਲ ਹੈ, ਸਮਾਂ ਤੁਹਾਡੇ ਕੋਲ ਵੀ ਘੱਟ ਹੋਣਾ, ਸੀਮਤ ਸਮੇਂ 'ਚ ਗੱਲ ਕਰਦੇ ਆ ਕਿ ਲੋਕਾਂ ਦੇ ਵਿੱਚ ਇੱਕ ਚਰਚਾ ਹੁੰਦੀ ਆ, ਸਿਆਸਤਦਾਨ ਵੀ ਇਹੀ ਚਰਚਾ ਕਰਦੇ ਨੇ ਕਿ ਸੈਂਟੀਮੈਂਟਸ ਜਿਹੜੇ ਨੇ ਉਹ ਲੋਕਾਂ ਦੇ ਇਹਨਾਂ ਲਈ ਅਹਿਮੀਅਤ ਰੱਖਦੇ ਨੇ। ਇਹ ਕਹਿੰਦੇ ਕਿ ਲੋਕਾਂ ਦੇ ਵਿੱਚ ਇੱਕ ਮਤਲਬ ਕਿ ਤਾਣਾ ਬਾਣਾ ਬੁਣਿਆ ਹੋਇਆ ਕਿ ਇਹ ਫਲਾਣੇ ਫਿਰਕੇ ਦਾ, ਇਹ SC ਆ, ਇਹ BC ਆ, ਇਹਨੂੰ ਅਸੀਂ ਉੱਪਰ ਰੱਖਣਾ, ਇਹਨੂੰ ਅਸੀਂ ਨੀਚੇ ਰੱਖਣਾ। ਇਸੇ ਕਰਕੇ ਉਹ ਨਬਜ਼ ਟੋਹ ਲੈਂਦੇ ਨੇ, ਲੋਕਾਂ ਦੇ ਗੱਲ ਉਸਦਾ ਜਿਹੜਾ ਹਾਰ ਪਾ ਦਿੰਦੇ ਨੇ ਕਿ ਇਹ ਤੁਹਾਡੇ ਕਰਕੇ ਅਸੀਂ ਸਾਨੂੰ ਇਹ ਸਮੀਕਰਨ ਬਣਾਉਣੇ ਪੈਂਦੇ ਨੇ। ਕਿ ਲੋਕਾਂ ਨੂੰ ਸਿਆਣੇ ਨਹੀਂ ਹੋਣਾ ਚਾਹੀਦਾ ਕਿ ਲੋਕ ਵੀ ਇਹਦੇ ਵਿੱਚ ਕਸੂਰਵਾਰ ਨੇ? ਨਹੀਂ, ਇਸ ਤਰ੍ਹਾਂ ਕਿਵੇਂ ਹੋ ਸਕਦਾ? ਇਹ ਤੇ ਮਤਲਬ ਇਹ ਪਤਾ ਕੀ ਹੈਗਾ ਆ, ਹਰ ਬੰਦੇ ਨੂੰ ਇੱਕ
ਇੰਜ ਕਹਿ ਲਓ ਕਿ ਪਹਾੜਾ ਪੜਾ ਹੱਥ ਆ ਗਿਆ ਨਫ਼ਰਤ ਦਾ। ਜਿਸ ਤਰ੍ਹਾਂ ਹੁਣ ਸਾਡੀ ਇਹ ਨਫ਼ਰਤ ਕਿਵੇਂ ਬਣਦੀ ਆ, ਸਾਡਾ ਜਿਹੜਾ ਜਾਤੀਗਤ ਸਿਸਟਮ ਹੈ ਨਾ ਸੁਖਵਿੰਦਰ, ਉਹ ਖੜਾ ਹੀ ਇਸ ਗੱਲ ਤੇ ਆ ਕਿ ਦੂਜੇ ਨੂੰ ਮਾੜਾ ਕਹਿਣਾ, ਦੂਜੇ ਨੂੰ ਨੀਚਾ ਦਿਖਾਉਣਾ। ਜੇ ਇਹਦੇ ਚ ਊਚ ਨੀਚ ਵਾਲਾ ਸੋਚ ਨੂੰ ਕੱਢ ਦਿਓ, ਫਿਰ ਜਾਤੀਆਂ ਖਤਮ ਆ, ਫਿਰ ਤੇ ਜਾਤੀ ਹੈ ਹੀ ਨਹੀਂ। ਬਿਲਕੁਲ। ਤੇ ਹਰ ਜਾਤੀ, ਇਹ ਨਹੀਂ ਮੈਂ ਕਹਿੰਦਾ ਕਿ ਕੱਲੀਆਂ ਸਵਰਨ ਜਾਤੀਆਂ ਜਿਹੜੀਆਂ, ਉਹ ਜਿਹੜੀਆਂ ਛੋਟੀਆਂ ਜਾਤਾਂ ਨੂੰ ਜਾਂ ਜਿਹੜੇ SC ਹੈਗੇ ਜਾਂ ਦਲਿਤ ਭਾਈਚਾਰਾ ਉਹਨਾਂ ਨੂੰ ਥੱਲੇ ਦਿਖਾਉਂਦੇ ਆ, ਉਹ ਆਪਸ ਵਿੱਚ ਵੀ ਜਿਹੜੀਆਂ 39 ਪੌੜੀਆਂ ਉਹਨਾਂ ਦੇ 39 ਜਾਤਾਂ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਆ, ਉਹ ਆਪਸ ਵਿੱਚ ਵੀ ਇਸੇ ਤਰ੍ਹਾਂ ਹੀ ਆ, ਇੱਕ ਦੂਜੇ ਨੂੰ ਨਫ਼ਰਤ ਕਰਦੇ ਆ। ਉਹ ਵੀ ਸਾਰੇ ਇਕੱਠੇ ਨਹੀਂ ਹੈਗੇ, ਉਹ ਵੀ ਇੱਕ ਦੂਜੇ ਨੂੰ ਨੀਚੇ ਆਉਂਦੇ ਤੇ ਉੱਚੇ ਆਉਂਦੇ ਆ, ਵੀ ਉਹ ਉੱਚਾ ਤੇ ਆਹ ਨੀਚਾ। ਉਹ ਵੀ ਉਹਨਾਂ ਬਾਰੇ ਇੰਨੇ ਹੀ ਜਿਹੜੇ ਹਿਸਟੋਰੀਕਲ ਚੁਟਕਲੇ ਬਣਾਉਂਦੇ ਆ। ਇਸ ਲਈ ਇਸੇ ਜਾਤੀਗਤ ਸੋਚ ਨੂੰ ਖਤਮ ਕਰਨ ਲਈ ਬਹੁਤ ਬੁੱਧਿਜ਼ਮ ਨੇ ਕੀਤਾ, ਇਸਲਾਮ ਨੇ ਇੱਥੇ ਕੋਸ਼ਿਸ਼ ਕੀਤੀ, ਸਿੱਖੀਜ਼ਮ ਨੇ ਕੋਸ਼ਿਸ਼ ਕੀਤੀ, ਹੋਰ ਅੰਬੇਦਕਰ ਜੀ ਨੇ ਕੁਰਬਾਨੀ ਦਿੱਤੀ। ਅਸੀਂ ਲੱਗੇ ਹੋਏ ਆ, ਸਾਰੇ ਲੱਗੇ ਹੋਏ ਆ। ਪਰ ਜਿਹੜੀਆਂ ਇਸ ਸਾਰੀ ਜਾਤੀਗਤ ਵਿਵਸਥਾ ਆ, ਉਸ ਨੂੰ ਮਜ਼ਬੂਤ ਕਰਨ ਵਾਲੀ, ਸੀਮੈਂਟ ਬਣਾਉਣ ਵਾਲੀ ਆ, RCC ਵਾਲੇ ਜਿਹੜੇ ਸਰੀਆ ਪਾ ਕੇ ਮਜ਼ਬੂਤ ਕਰਨ ਵਾਲੀਆਂ ਸ਼ਕਤੀਆਂ, ਉਹ ਇਹਨੂੰ ਤੋੜਨ ਵਾਲੀਆਂ ਸ਼ਕਤੀਆਂ ਨਾਲੋਂ ਜ਼ਿਆਦਾ ਤਕੜੀਆਂ ਤੇ ਭਾਰੀ ਆ। ਹਾਲ ਦੀ ਘੜੀ ਇਹ ਖਤਮ ਹੋ ਜੂਗੀ ਇੱਕ ਦਿਨ, ਇਹੋ ਜੀ ਗੱਲ ਨਹੀਂ ਹੈ, ਜਾਨੀ ਬਹੁਤ ਘਟ ਜਾਊਗੀ। ਇਹ ਸ਼ੁਰੂ ਕੀਤੀ ਅੰਗਰੇਜ਼ਾਂ ਨੇ ਇਸ ਰੂਪ 'ਚ, ਜਿਸ ਰੂਪ 'ਚ ਅੱਜ ਦਿਖਦੀ ਹੈ। ਜਾਤਾਂ ਪਹਿਲਾਂ ਵੀ ਸੀਗੀਆਂ, ਪਰ ਉਹਦੇ 'ਚ ਇੰਨੀ ਨਫ਼ਰਤ ਤੇ ਜ਼ਹਿਰ ਨਹੀਂ ਸੀ। ਉਹਨਾਂ ਨੇ ਗਿਣ ਕੇ, ਦਿਖਾ ਕੇ, ਇੱਕ ਦੂਜੇ ਨੂੰ ਸਮਝਾ ਕੇ ਇਹੋ ਜਿਹਾ, ਕਿਉਂਕਿ ਉਹਨਾਂ ਤੇ ਰਾਜ ਕਰਨਾ ਸੀ। ਇਹਨਾਂ ਨੂੰ ਇਹ ਗੱਲ ਬੜੀ ਸੂਟ ਕੀਤੀ, ਸਾਡੇ ਹਾਕਮਾਂ ਨੂੰ ਆਜ਼ਾਦੀ ਤੋਂ ਬਾਅਦ। ਇਹਨਾਂ ਨੇ ਉਹ ਸਾਰਾ ਹੀ ਸੰਚਾ ਢਾਂਚਾ ਆਪਣੇ ਨਾਲ ਹੀ ਲੈ ਲਿਆ ਤੇ ਉੱਥੇ ਹੀ ਬਟਨ ਦੱਬੀ ਗਏ, ਉਹਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਵੱਡੀਆਂ ਮੂਵਮੈਂਟਾਂ ਲਾਂਚ ਕਰਨ ਦੀ ਲੋੜ ਸੀ ਇਸ ਨੂੰ। ਇਹਨਾਂ ਨੇ ਰਿਜ਼ਰਵੇਸ਼ਨ ਦੇ ਨਾਲ ਕਿੰਨਾ ਕੁ ਫਰਕ ਪਿਆ, ਬਹੁਤ ਮਾਮੂਲੀ ਫਰਕ ਪਿਆ। ਇਸ ਲਈ ਇਹ ਵੱਡਾ ਹੀ ਕੋਈ ਕੰਮ ਅਜੇ ਸਾਡੇ ਇਤਿਹਾਸ ਦੇ ਵਿੱਚ ਸਾਡੇ ਲਈ ਇਤਿਹਾਸ ਨੇ ਛੱਡਿਆ ਹੋਇਆ। ਉਹ ਹੌਲੀ ਹੌਲੀ ਸੁਖਵਿੰਦਰ ਜੀ ਹੋਊਗਾ, ਕਿਉਂਕਿ ਜੇ 2000 ਸਾਲ 'ਚ ਅਸੀਂ ਜਾਂ 2500 ਸਾਲ 'ਚ ਉਹਨੂੰ ਬਹੁਤਾ ਤੋੜ ਨਹੀਂ ਸਕੇ, ਤੇ 20 ਸਾਲਾਂ ਜਾਂ 25 ਸਾਲਾਂ ਜਾਂ 100 ਸਾਲ 'ਚ ਵੀ ਉਹ ਏਡੀ ਸੌਖਾ ਟੁੱਟਣ ਵਾਲਾ ਨਹੀਂ ਹੈਗਾ। ਪਰ ਸਭ ਤੋਂ ਵੱਡਾ ਕੋੜ ਸਾਡੇ ਵਿਕਾਸ ਦਾ, ਸਭ ਤੋਂ ਵੱਡੀ ਰੁਕਾਵਟ ਇਹ ਜਾਤੀਗਤ ਸਿਸਟਮ ਹੈ। ਉਹ ਸਾਡੇ ਸਮਾਜ ਨੂੰ ਕਮਜ਼ੋਰ ਕਰਦਾ, ਔਰ ਅਸੀਂ ਆਪਣੀ ਵੱਡੀ ਜਨਸੰਖਿਆ ਨੂੰ ਮੇਨ ਸਟ੍ਰੀਮ ਚੀਜ਼ਾਂ ਦੇ ਵਿੱਚ ਆਉਣ ਹੀ ਨਹੀਂ ਦਿੰਦੇ, ਉਹਨੂੰ ਬਾਹਰ ਰੱਖਦੇ ਆ। ਤੇ ਉਹ ਤੇ ਫਿਰ ਆਟੇ ਦਾਲ ਸਕੀਮ ਤੇ ਪੜਨਗੇ, ਤੁਹਾਡੇ ਮਾੜਾ ਮੋਟਾ ਕਿਤੇ ਦੇ ਦਿੱਤਾ, ਕੋਈ ਵਜੀਫਾ ਦੇ ਦਿੱਤਾ, ਉਹਦੇ ਤੇ ਪੜਨਗੇ। ਜਦੋਂ ਤੁਸੀਂ ਉਹਨੂੰ ਮੇਨ ਸਟ੍ਰੀਮ ਦਾ ਹਿੱਸਾ ਹੀ ਨਹੀਂ ਮੰਨਦੇ, ਉੱਥੇ ਆਉਣ ਨਹੀਂ ਦੇਣਾ, ਬਰਾਬਰ ਦਾ ਹਿੱਸਾ ਹੀ ਨਹੀਂ ਦਿੰਦੇ। ਇਸ ਲਈ ਇਹ ਕਾਫੀ, ਜਿਹੜਾ ਭਾਵੇਂ ਧਰਮ ਦਾ ਨਾਂ ਲੈ ਲਓ, ਉਹਦੇ ਤੇ ਉਹ ਵੀ ਉਹੀ ਆ। ਘੱਟ ਗਿਣਤੀਆਂ 20% 80% ਬਹੁ ਗਿਣਤੀਆਂ ਹੈਗੀਆਂ। ਉਹ ਜਿਹੜੀਆਂ 80% ਬਹੁ ਗਿਣਤੀਆਂ, ਉਹਨਾਂ ਵਿੱਚ ਜਾਤਾਂ ਹੈਗੀਆਂ, ਤੇ ਜਿਹੜੀਆਂ 20% ਘੱਟ ਗਿਣਤੀਆਂ, ਉਹਨਾਂ 'ਚ ਵੀ ਜਾਤਾਂ ਹੈਗੀਆਂ। ਕਿਤੇ ਇੱਕ ਭੰਨ ਟੁੱਟ ਹੋਵੇ ਸਾਡੇ ਜਾਂ ਵਖਰੇਵਾ ਹੋਵੇ ਤੇ ਉਹਨੂੰ ਹੈਂਡਲ ਕਰ ਲਓ। ਇੱਥੇ ਤੇ 20 ਕਿਸਮ ਦੇ ਭੰਨ ਤੋੜ ਹੈਗੇ ਆ। ਇਹ ਸਾਡੇ ਸਮਾਜ ਨੂੰ ਕਮਜ਼ੋਰ ਕਰਦੇ ਆ, ਤੇ ਰਾਜਨੀਤਿਕ ਪਾਰਟੀਆਂ ਉਹ ਪਾੜੇ ਮਟਾਉਣ ਲਈ, ਕੋਈ ਵੀ ਹੋਵੇ, ਮਟਾਉਣ ਦੀ ਜਗ੍ਹਾ ਉਹਦੇ 'ਚ ਹੋਰ ਹਰ ਸਾਲ ਫਾਨਾ ਠੋਕ ਦਿੰਦੀਆਂ, ਤਾਂ ਕਿ ਲੋਕ ਲੜਦੇ ਰਹਿਣ ਤੇ ਉਹਨਾਂ ਦੇ ਗੱਫੇ ਲੱਗਦੇ ਰਹਿਣ। ਹਾਂਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੇਰੇ ਖਿਆਲ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ ਜਿਸ ਤਰ੍ਹਾਂ ਇਸ ਵਿਸ਼ੇ ਦੇ ਉੱਤੇ ਬੜਾ ਹੀ ਮਤਲਬ ਕਿ ਖੋਲ ਕੇ ਸਾਰੀ ਗੱਲ ਸਮਝਾਈ ਹੈ, ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ ਕਿ ਆਖਿਰਕਾਰ ਸਾਰੀਆਂ ਸਿਆਸੀ ਪਾਰਟੀਆਂ, ਕੱਲੀ BJP ਨਹੀਂ, ਸਾਰੀਆਂ ਸਿਆਸੀ ਪਾਰਟੀਆਂ, BJP ਤਾਂ ਹੁਣ ਲਗਾਤਾਰ ਸੱਤਾ ਦੇ ਵਿੱਚ ਦੂਜੀ ਵਾਰ ਬਣੀ ਆ, ਪਰ ਜਦੋਂ ਅਸੀਂ ਪਿੱਛੇ ਝਾਤ ਮਾਰਦੇ ਆ ਕਿ ਪਿੱਛੇ ਕੀ ਹੁੰਦਾ ਰਿਹਾ, ਸਿਆਸੀ ਪਾਰਟੀਆਂ ਕਿਵੇਂ ਤੋੜਦੀਆਂ, ਜੋੜ ਤੋੜ ਕਰਕੇ ਕਿਵੇਂ ਫੁੱਟ ਪਾਓ, ਰਾਜ ਕਰੋ, ਤੇ ਅੱਜ ਕੱਲ ਜੋ ਕੁਝ ਚੱਲ ਰਿਹਾ, ਇਹ ਸਾਰਾ ਕੁਝ ਉਸੇ ਦਾ ਖਾਮਿਆਜ਼ਾ। ਥੋੜਾ ਸਮਝਣ ਦੀ ਜ਼ਰੂਰਤ ਹੈ। ਹੌਲੀ ਹੌਲੀ ਜੇ ਲੋਕ ਸਮਝਦੇ ਜਾਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਕਿੱਥੇ ਜਮਹੂਰੀ ਹੱਕ ਉਹਨਾਂ ਦੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ, ਕਿੱਥੇ ਉਹ ਸੰਵਿਧਾਨ ਦੀ ਗੱਲ ਨੂੰ ਸਮਝਣਗੇ, ਕਿੱਥੇ ਉਹ ਦੇਸ਼ ਦੇ ਵਿੱਚ ਜੋ ਕੁਝ ਖਿਲਾਫ ਮਚਿਆ ਹੋਇਆ ਉਹਨੂੰ ਸਮਝਣਗੇ। ਵਿਚਾਰ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।